ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਾਤਸ਼ਾਹ ਨੇ ਸਾਡੇ ਅਪਰਾਧੀ ਜੀਵਾਂ ਦੇ ਉੱਤੇ, ਅਕਿਰਤ ਕਣ ਜੀਵਾਂ ਦੇ ਉੱਤੇ ਆਪਣੀ ਮਿਹਰ ਦੀ ਨਿਗਾਹ, ਸਵੱਲੀ ਨਿਗਾਹ ਕੀਤੀ ਕਿ ਸਾਡੇ ਇਹਨਾਂ ਸਰੀਰਾਂ ਨੂੰ ਆਪਣੀ ਪਾਵਨ ਹਜ਼ੂਰੀ ਅੰਦਰ ਬਿਠਾਇਆ ਹੈ। ਦਾਤਾਰ ਪਾਤਸ਼ਾਹ ਤਰਸ ਕਰਨ, ਆਪਣੇ ਇਸ ਪਾਵਨ ਇਤਿਹਾਸ ਨੂੰ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰਨ। ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਇਤਿਹਾਸ ਦੀ ਪਾਵਨ ਲੜੀ ਸਰਵਣ ਕਰ ਰਹੇ ਹਾਂ। ਰੋਜ਼ਾਨਾ ਪਾਤਸ਼ਾਹ ਜੀ ਜੋ ਕੌਤਕ ਵਰਤਾ ਰਹੇ ਨੇ, ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੁਭਾਏਮਾਨ ਹਨ। ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ ਜੀ ਦੇ ਕੋਲ ਬੇਅੰਤ ਸਿੱਖ ਸੰਗਤਾਂ ਆਉਂਦੀਆਂ ਨੇ। ਯਥਾ ਸ਼ਕਤ ਜਿਤਨੀ ਵੀ ਕਿਸੇ ਦੀ ਸਮਰੱਥਾ ਹੈ ਆਪਣੀ ਭੇਟਾ ਗੁਰੂ ਚਰਨਾਂ ਦੇ ਵਿੱਚ ਅਰਪਣ ਕਰਦਾ ਹੈ। ਇਸੇ ਤਰ੍ਹਾਂ ਕਾਬਲੀ ਮੱਲ ਇੱਕ ਗੁਰੂ ਕਾ ਪਿਆਰਾ ਸਿੱਖ, ਉਹਨੇ ਭੇਟਾ ਅਰਪਣ ਕੀਤੀਆਂ ਨੇ, ਜਿਸ ਦੇ ਵਿੱਚ ਘੋੜਾ ਹੈ, ਖੰਡਾ ਹੈ, ਤਲਵਾਰ ਹੈ, ਖੜਗ ਹੈ, ਕੁਝ ਧਨ ਹੈ, ਇੱਕ ਚਿੱਟੇ ਰੰਗ ਦਾ ਬਾਜ ਹੈ, ਇੱਕ ਸੋਹਣੀ ਦਸਤਾਰ ਹੈ। ਹਜੂਰ ਪਾਤਸ਼ਾਹ ਜੀ ਬੜੀਆਂ ਖੁਸ਼ੀਆਂ ਇਸ ਸਿੱਖ ਨੂੰ ਬਖਸ਼ਿਸ਼ ਕੀਤੀਆਂ ਨੇ। ਆਖਰ ਪਾਤਸ਼ਾਹ ਜੀ ਨੇ ਟੁੱਟ ਕੇ ਇਹ ਵਸਤਾਂ ਆਪਣੇ ਪਿਆਰੇ ਸੇਵਾਦਾਰ, ਬਹੁਤ ਮਹਾਨ ਯੋਧੇ ਪੈਂਦੇ ਖਾਨ ਨੂੰ ਦਿੱਤੀਆਂ ਅਤੇ ਨਾਲ ਹੁਕਮ ਕੀਤਾ ਕਿ ਜਦੋਂ ਵੀ ਸਾਡੇ ਕੋਲ ਆਉਣਾ ਹੈ ਇਹ ਵਸਤੂਆਂ ਸਜਾ ਕੇ ਅਤੇ ਸੋਹਣੇ ਘੋੜੇ ਦੇ ਉੱਤੇ ਚੜ੍ਹ ਕੇ ਆਉਣਾ ਹੈ। ਘਰ ਦੇ ਵਿੱਚ ਗਿਆ ਹੈ, ਇਹਦੇ ਜਵਾਈ ਅਸਮਾਨ ਖਾਨ ਨੇ ਇਹਨਾਂ ਚੀਜ਼ਾਂ ਨੂੰ ਦੇਖਿਆ, ਹਿਰਦਾ ਜਿਹੜਾ ਮੋਹਿਤ ਹੋਇਆ, ਵਾਰ-ਵਾਰ ਕਹਿਣ ਦੇ ਉੱਤੇ, ਫਿਰ ਪੈਂਦੇ ਖਾਨ ਦੇ ਘਰਵਾਲੀ ਦੇ ਕਹਿਣ ਦੇ ਉੱਤੇ ਮਜਬੂਰਨ ਵਸ ਇਹਨੂੰ ਸਾਰੀਆਂ ਚੀਜ਼ਾਂ ਆਪਣੇ ਜਵਾਈ ਨੂੰ ਦੇਣੀਆਂ ਪਈਆਂ। ਇੱਕ ਬਾਜ ਹਜੂਰ ਗਰੀਬ ਨਵਾਜ ਪਾਤਸ਼ਾਹ ਜੀ ਦੇ ਕੋਲ ਰਹਿ ਗਿਆ, ਬਾਕੀ ਪਾਤਸ਼ਾਹ ਨੇ ਸਭ ਕੁਝ ਇਹਨੂੰ ਦੇ ਦਿੱਤਾ। ਅੱਜ ਸਤਿਗੁਰਾਂ ਦੇ ਪਿਆਰੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਪਿਆਰ ਸਹਿਤ ਸ਼ਿਕਾਰ ਖੇਡਣ ਵਾਸਤੇ ਗਏ ਨੇ। ਜਿਵੇਂ ਹੀ ਸ਼ਿਕਾਰ ਖੇਡਣ ਗਏ ਨੇ, ਬਾਜ ਨੇ ਬੜੇ ਸ਼ਿਕਾਰ ਕੀਤੇ ਨੇ, ਰੱਜ ਗਿਆ, ਪਰ ਫਿਰ ਵੀ ਇੱਕ ਸੁਰਖਾਬ ਪੰਛੀ ਉੱਡਿਆ। ਬਾਬਾ ਗੁਰਦਿੱਤਾ ਜੀ ਨੇ ਮੀਰ ਨੂੰ ਹੁਕਮ ਕੀਤਾ ਬਾਜ ਨੂੰ ਉਡਾਇਆ ਜਾਵੇ। ਉਹ ਕਹਿੰਦਾ ਨਹੀਂ ਜੀ, ਬਾਜ ਰੱਜਿਆ ਹੋਇਆ, ਰੱਜਿਆ ਬਾਜ ਸ਼ਿਕਾਰ ਨਹੀਂ ਕਰੇਗਾ। ਪਰ ਹੁਕਮ ਪਾ ਕੇ ਉਹਨੇ ਬਾਜ ਉਡਾਇਆ ਅਤੇ ਨਾਲ ਹੀ ਬਾਜ ਉੱਡਦੇ ਸਾਰ ਬਾਜ ਦੇ ਉੱਤੇ ਨਿਗਾਹ ਜਿਹੜੀ ਸੀ ਅਸਮਾਨ ਖਾਨ ਦੀ ਪਈ। ਉਹਨੇ ਜੋ ਵੀ ਉਹਦੇ ਕੋਲੋਂ ਯਤਨ ਹੋਇਆ, ਯਤਨ ਕੀਤਾ ਅਤੇ ਉਹਨੇ ਬਾਜ ਪਕੜ ਲਿਆ। ਘਰੇ ਜਾ ਕੇ ਦੱਸਦਾ ਕਿ ਮੈਨੂੰ ਖੁਦਾ ਨੇ ਅੱਜ ਬਾਜ ਦਿੱਤਾ। ਇੱਧਰ ਬਾਬਾ ਗੁਰਦਿੱਤਾ ਸਾਹਿਬ ਜੀ ਸਾਰੇ ਸੇਵਕਾਂ ਨੂੰ ਹੁਕਮ ਕਰਦੇ ਨੇ, ਬਾਜ ਲੱਭਿਆ ਗਿਆ, ਪਰ ਬਾਜ ਦੀ ਕੋਈ ਭਾਲ ਨਹੀਂ। ਆਖਰ ਪੈਂਦੇ ਖਾਨ ਦਾ ਬੂਹਾ ਖੜਕਾਇਆ ਗਿਆ ਅਤੇ ਕਿਹਾ ਕਿ ਪੈਂਦੇ ਖਾਂ, ਬਾਜ ਉੱਡਿਆ ਅਤੇ ਆਇਆ ਵੀ ਇੱਧਰ ਹੈ, ਇਸ ਤੋਂ ਅਗਾਂਹ ਕਿਤੇ ਗਿਆ ਨਹੀਂ ਹੈ, ਅਤੇ ਤੂੰ ਬਾਜ ਜਿਹੜਾ ਉਹ ਲੱਭ ਕੇ ਦੇ। ਇਹਨੇ ਪਤਾ ਇਹਨੂੰ ਸਾਰਾ ਕੁਝ ਸੀ ਕਿ ਬਾਜ ਮੇਰੇ ਹੀ ਘਰ ਦੇ ਵਿੱਚ ਹੈ, ਪਰ ਝੂਠਾ ਜਿਹਾ ਵਿਖਾਵਾ ਕਰਦਿਆਂ ਹੋਇਆਂ ਨਗਰ ਦੇ ਵਿੱਚ ਢੰਡੋਰਾ ਪਿਟਵਾ ਕੇ ਕਹਿੰਦਾ ਕਿ ਲੋਕੋ, ਜੇ ਕਿਸੇ ਦੇ ਘਰ ਵਿੱਚ ਬਾਜ ਹੋਵੇ ਅਤੇ ਉਹ ਬਾਜ ਦੇ ਦਿਓ, ਇਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਅਮਾਨਤ ਹੈ। ਪਰ ਇਹਨੂੰ ਕੌਣ ਦੱਸੇ ਕਿ ਬਾਜ ਤਾਂ ਤੇਰੇ ਹੀ ਘਰ ਦੇ ਵਿੱਚ ਹੈ। ਆਖਰ ਝੂਠਾ ਹੋਇਆ, ਇੰਜ ਕਹਿ ਲਓ ਝੂਠੇ ਜੇ ਦਾਅਵੇ ਕਰਕੇ, ਪਖੰਡ ਅਡੰਬਰ ਕਰਕੇ ਕਹਿੰਦਾ ਜੀ ਬਾਜ ਨਹੀਂ ਮਿਲਿਆ। ਸੋ ਗੁਰੂ ਕੇ ਸਿੱਖ, ਗੁਰੂ ਕੇ ਸਾਹਿਬਜ਼ਾਦਾ ਜੀ ਦੇ ਕੋਲ ਆਏ ਨੇ, ਸਾਰੀ ਘਟਨਾ ਦੱਸੀ ਕਿ ਬਾਜ ਇਹਦੇ ਹੀ ਘਰ ਵਿੱਚ ਹੈ। ਸੋ ਖੈਰ ਵਾਪਸ ਆਏ ਨੇ। ਆ ਕੇ ਹਜੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਪੁੱਛਦੇ ਨੇ ਸ਼ਿਕਾਰ ਕਿਵੇਂ ਖੇਡਿਆ, ਬਾਜ ਕਿਸ ਤਰ੍ਹਾਂ ਉੱਡਿਆ, ਉਹਦੀ ਉਡਾਨ ਕਿਤਨੀ ਕੁ ਵੱਡੀ ਸੀ, ਸ਼ਿਕਾਰ ਕਿਸ ਤਰ੍ਹਾਂ ਕਰਦਾ ਹੈ, ਪੰਛੀ ਨੂੰ ਛੱਡ ਦਿੰਦਾ ਹੈ ਜਾਂ ਰੱਖ ਲੈਂਦਾ। ਪਰ ਗੁਰੂ ਕੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਾਰੀ ਘਟਨਾ ਦੱਸੀ ਹੈ ਕਿ ਮਹਾਰਾਜ ਜੀ ਜਿੰਨਾ ਚਿਰ ਉਹਨੇ ਸ਼ਿਕਾਰ ਕੀਤਾ ਬੜਾ ਸੋਹਣਾ ਕੀਤਾ ਹੈ, ਪਰ ਮੁੱਕਦੀ ਗੱਲ ਇਹ ਹੈ ਕਿ ਆਖਰ ਬਾਜ ਉੱਡਿਆ ਪਰ ਉਸ ਤੋਂ ਬਾਅਦ ਪਰਤ ਕੇ ਨਹੀਂ ਆਇਆ। ਅਸੀਂ ਬੜੀ ਕੋਸ਼ਿਸ਼ ਕੀਤੀ, ਬੜੀ ਢੂੰਡ ਭਾਲ ਕੀਤੀ ਹੈ, ਪਰ ਮਹਾਰਾਜ ਜੀ ਬਾਜ ਵਾਪਸ ਸਾਡੇ ਹੱਥ ਵਿੱਚ ਨਹੀਂ ਆਇਆ। ਇੰਝ ਸਾਰੀ ਗਾਥਾ ਜਿਹੜੀ ਉਹ ਕਹਿ ਸੁਣਾਈ ਹੈ। ਇੱਥੋਂ ਤੱਕ ਇਸ ਇਤਿਹਾਸ ਦੀ ਪਾਵਨ ਲੜੀ ਨੂੰ ਬੜੇ ਪਿਆਰ ਦੇ ਨਾਲ ਆਪਾਂ ਕੱਲ੍ਹ ਸਿੰਘ ਸਾਹਿਬ, ਸਤਿਕਾਰਯੋਗ ਗਿਆਨੀ ਸੁਖਦੇਵ ਸਿੰਘ ਸਾਹਿਬ ਜੀ ਤਿੰਨਾਂ ਦੇ ਪਾਸੋਂ ਸਰਵਣ ਕੀਤਾ ਹੈ। ਆਓ ਇਤਿਹਾਸ ਦੀ ਪਾਵਨ ਲੜੀ ਨੂੰ ਅਗਾਂਹ ਤੋਰੀਏ। ਅਰਦਾਸ ਕਰੋ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ੋ। ਆਓ ਜਿਤਨੇ ਵੀ ਸਰਵਣ ਕਰ ਰਹੇ ਹੋ, ਦੇਸਾਂ ਪ੍ਰਦੇਸਾਂ 'ਚ ਕੋਈ ਸਰੀਰ ਬੈਠਾ ਹੈ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। छोरे मेर निकट जब आए
ਇਕ ਸੁਕਾਵ ਨਿਕਸਿਓ ਦ੍ਰਿਸ਼ਟਾਏ। ਕਿ ਮਹਾਰਾਜ ਜੀ ਆਖਰ ਘਟਨਾ ਇੱਥੇ ਆ ਕੇ ਨਿਬੜਦੀ ਹੈ ਕਿ ਸ਼ਿਕਾਰ ਖੇਡਦਿਆਂ ਅਸੀਂ ਛੋਟੇ ਮੀਰ ਜਿਹੜਾ ਨਗਰ ਹੈ ਪੈਂਦੇ ਖਾਂ ਦਾ, ਉਹਦੇ ਕੋਲ ਜਦੋਂ ਆਏ, ਬਾਜ ਸਾਡਾ ਰੱਜਿਆ ਹੋਇਆ ਸੀ, ਪਰ ਫਿਰ ਵੀ ਸਾਡੇ ਮਨ ਦਾ ਫੁਰਨਾ ਬਣਿਆ। ਇੱਕ ਸੁਰਖਾਬ ਪੰਛੀ ਜਿਹੜਾ ਉਹ ਸਾਡੀਆਂ ਅੱਖਾਂ ਦੇ ਸਾਹਮਣਿਓ ਜ਼ੋਰ ਦੀ ਉੱਡਣਾ ਕੀਤਾ, ਅਸੀਂ ਦੇਖਣਾ ਕੀਤਾ। ਤਿਸ ਪਰ ਬਾਜ ਚੋਰ ਕਰ ਦੀਨਸ ਕਰੀ ਨ ਝੂਟ ਰਹਿਓ ਤ੍ਰਿਪਤਾਏ। ਤੇ ਮਹਾਰਾਜ ਜੀ ਅਸੀਂ ਉਸੇ ਵੇਲੇ ਹੀ, ਸਾਡੇ ਮਨ ਦੇ ਵਿੱਚ ਇਹ ਸੀ ਕਿ ਜਿਸ ਬਾਜ ਨੇ ਇੰਨੇ ਸ਼ਿਕਾਰ ਕਰ ਲਏ ਨੇ ਤੇ ਇਸ ਪੰਛੀ ਦਾ ਵੀ ਸ਼ਿਕਾਰ ਕਰੇਗਾ। ਅਸੀਂ ਉਸੇ ਵੇਲੇ ਬਾਜ ਜਿਹੜਾ ਉਡਾ ਦਿੱਤਾ, ਪਰ ਕਰੀ ਨਾ ਝੋਟ, ਉਸ ਬਾਜ ਨੇ ਪੰਛੀ ਦੇ ਉੱਤੇ ਕੋਈ ਵਾਰ ਨਹੀਂ ਕੀਤਾ। ਇਹਦਾ ਕਾਰਨ ਇਹ ਸੀ ਰਹਿਓ ਤ੍ਰਿਪਤਾਏ, ਕਿ ਬਾਜ ਜਿਹੜਾ ਉਹ ਰੱਜਿਆ ਹੋਇਆ ਸੀ। ਉੱਡ ਕਰ ਗ੍ਰਾਮ ਮਝਾਰ ਪ੍ਰਵੇਸ਼ਿਓ ਮੀਰ ਸ਼ਿਕਾਰ ਗਏ ਤਬ ਧਾਏ। ਤੇ ਮਹਾਰਾਜ ਜੀ ਬਾਜ ਉੱਡ ਕੇ ਗ੍ਰਾਮ ਮਝਾਰ ਪ੍ਰਵੇਸ਼ਿਓ, ਉਸ ਛੋਟੇ ਮੀਰ ਨਗਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਤੇ ਮਹਾਰਾਜ ਜੀ ਜਿਵੇਂ ਹੀ ਉਸ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਉਸ ਤੋਂ ਬਾਅਦ ਕੀ ਹੋਇਆ? ਪ੍ਰਵੇਸ਼ਿਓ ਮੀਰ ਸ਼ਿਕਾਰ ਗਏ ਤਬ ਧਾਏ। ਮਹਾਰਾਜ ਜੀ ਜਿਹੜਾ ਮੀਰ ਸ਼ਿਕਾਰ ਸੀ ਸਾਡਾ, ਉਸ ਬਾਜ ਨੂੰ ਲੱਭਣ ਦੇ ਵਾਸਤੇ ਉਹਦੇ ਮਗਰ ਦੌੜਿਆ ਹੈ। ਸਦਨ ਛੁਪਾਇਓ ਕਿਸ ਪਠਾਨ ਪਿਖ ਖੋਜ ਰਹੇ ਤੈ ਹਾਥ ਨ ਆਏ। ਪਰ ਮਹਾਰਾਜ ਜੀ ਕਿਸੇ ਪਠਾਨ ਨੇ ਸਦਨ ਛੁਪਾਇਓ, ਉਸ ਬਾਜ ਨੂੰ ਆਪਣੇ ਘਰ ਦੇ ਵਿੱਚ ਛੁਪਾ ਲਿਆ। ਤੇ ਅਸੀਂ ਸਾਰੀ ਖੋਜ ਪੜਤਾਲ ਉਸ ਨਗਰ ਦੇ ਵਿੱਚ ਕੀਤੀ ਹੈ, ਪਰ ਹਾਥ ਨਾ ਆਏ। ਮਹਾਰਾਜ ਆਪ ਜੀ ਦਾ ਉਹ ਬੇਸ਼ਕੀਮਤੀ ਸੋਹਣਾ ਚਿੱਟਾ ਬਾਜ ਜਿਹੜਾ ਹੈ ਉਹ ਸਾਡੇ ਹੱਥ ਵਿੱਚ ਨਹੀਂ ਆਇਆ। ਜਿਮ ਮਨ ਭਾਏ ਕਰੋ ਪ੍ਰਭ ਜੀ ਅਬ ਬਿਨ ਪੈ ਦੇ ਘਰ ਅਪਰ ਨ ਸੋਏ। ਬਾਕੀ ਮਹਾਰਾਜ ਜੀ ਜਿੱਥੋਂ ਤੱਕ ਸਾਡਾ ਅੰਦਾਜ਼ਾ ਇਹ ਕਹਿ ਰਿਹਾ ਹੈ ਕਿ ਬਿਨ ਪੈਂਦੇ ਘਰ ਅਪਰ ਨਾ ਸੋਏ, ਪੈਂਦੇ ਖਾਂ ਤੋਂ ਬਿਨਾਂ ਹੋਰ ਕਿਸੇ ਦੇ ਘਰ ਵਿੱਚ ਬਾਜ ਨਹੀਂ ਹੈ। ਇਹ ਸਾਡਾ ਅੰਦਾਜ਼ਾ ਵੀ ਹੈ, ਅਸੀਂ ਦੇਖ ਵੀ ਚੁੱਕੇ ਹਾਂ ਸਾਰੀ ਹਕੀਕਤ ਨੂੰ। ਬਾਕੀ ਮਹਾਰਾਜ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ, ਇਹ ਨਹੀਂ ਕਿ ਸਾਡੇ ਕਹਿਣ 'ਤੇ ਕੋਈ ਸਜ਼ਾ ਦਿੱਤੀ ਜਾਵੇ। ਮਹਾਰਾਜ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਸਾਰਾ ਨਿਰਣਾ ਕਰ ਲੈਣਾ ਕਰੋ। ਅਸੀਂ ਜੋ ਮਾਹੌਲ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਆਪ ਜੀ ਨੂੰ ਜਾਣੂ ਕਰਾ ਦਿੱਤਾ ਹੈ। ਅੰਤਰ ਜਾਮੀ ਘਟ ਘਟ ਸੁਆਮੀ ਖਾਮੀ ਕਰੀ ਲਈ ਸਭ ਜੋਏ। ਤੇ ਹੁਣ ਘਟ ਘਟ ਸੁਆਮੀ ਅੰਤਰਜਾਮੀ ਹਜੂਰ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਾਰਾ ਕੁਝ ਜਿਹੜਾ ਖਾਮੀ ਕਰੀ, ਇਸ ਗੱਲ ਨੂੰ ਜਾਣ ਲਿਆ ਕਿ ਪੈਂਦੇ ਖਾਂ ਦੇ ਮਨ ਵਿੱਚ ਹੁਣ ਕਚਿਆਈ ਆ ਗਈ ਹੈ, ਇਹਦੇ ਮਨ ਵਿੱਚ ਖੋਟ ਆ ਚੁੱਕੀ ਹੈ। ਹੋਨਹਾਰ ਕੋ ਲਕ ਮੁਸਕਾਏ ਤੁਰਕ ਈਮਾਨ ਬਿਹੀਨ ਸੋਏ। ਤੇ ਜਿਹੜੀ ਹੋਣੀ ਹੈ ਨਾ, ਹੋਣਹਾਰ ਜਿਹੜਾ ਸਮਾਂ ਹੋਣ ਵਾਲਾ ਹੈ, ਜਾਂ ਪੈਂਦੇ ਖਾਂ ਦੇ ਉੱਤੇ ਜਿਹੜੀ ਹੋਣੀ ਵਰਤਣੀ ਹੈ, ਲੱਖ ਮੁਸਕਾਏ, ਕਿਉਂਕਿ ਸਤਿਗੁਰੂ ਨੂੰ ਸਾਰਾ ਕੁਝ ਦਿਖਾਈ ਦੇ ਰਿਹਾ ਹੈ। ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ, ਪਰ ਗੁਰੂ ਸਾਹਿਬ ਬਹੁਤ ਅਗਾਂਹ ਤੱਕ ਦੇਖ ਰਹੇ ਹਨ। ਪਾਤਸ਼ਾਹ ਨੂੰ ਪਤਾ ਹੈ ਇਹਨੂੰ ਹੋਣੀ ਪ੍ਰੇਰਦੀ ਪਈ ਹੈ, ਇਹਦਾ ਸਮਾਂ ਬਹੁਤ ਭਿਆਨਕ ਦੁੱਖਾਂ ਨਾਲ ਭਰਿਆ ਆ ਰਿਹਾ ਹੈ। ਹਜ਼ੂਰ ਪਾਤਸ਼ਾਹ ਮੁਸਕਰਾ ਪਏ, ਪਰ ਉਸ ਵਕਤ ਕੋਈ ਫੈਸਲਾ ਨਹੀਂ ਲਿਆ। ਤੇ ਪਾਤਸ਼ਾਹ ਜੀ ਸਮਝ ਗਏ ਹਨ ਕਿ ਇਹ ਤੁਰਕ, ਇਹ ਪੈਂਦੇ ਖਾਂ ਜਿਹੜਾ ਇਹ ਮਨ ਦੇ ਵਿੱਚ ਵਿਗੜ ਗਿਆ ਹੈ, ਹੰਕਾਰੀ ਹੋ ਗਿਆ ਹੈ। ਤੂੰ ਸਨ ਕਰੀ ਛਿਮਾ ਉਰ ਧਾਰੀ ਮਹਾ ਗੰਭੀਰ ਧੀਰ ਮਨ ਪੋਏ। ਤੇ ਇਹ ਤੁਰਕ ਈਮਾਨ ਵਿਹੀਨ ਹੋ ਗਿਆ, ਭਾਵ ਆਪਣੇ ਧਰਮ ਤੋਂ ਗਿਰ ਚੁੱਕਾ ਹੈ, ਇਮਾਨਦਾਰੀ ਇਹਦੇ ਅੰਦਰੋਂ ਖਤਮ ਹੋ ਚੁੱਕੀ ਹੈ। ਪਰ ਸਾਹਿਬ ਪਾਤਸ਼ਾਹ ਜੀ ਨੇ ਉਸ ਵਕਤ ਛਿਮਾ ਉਰ ਧਾਰੀ, ਆਪਣੇ ਹਿਰਦੇ 'ਚ ਖਿਮਾ ਧਾਰਨ ਕਰ ਲਈ ਕਿ ਨਹੀਂ, ਹਾਲੇ ਇਹਨੂੰ ਕੁਛ ਨਹੀਂ ਕਰਨਾ, ਹਾਲੇ ਇਹਨੂੰ ਸੱਦਣਾ ਨਹੀਂ, ਹਾਲੇ ਇਹਨੂੰ ਸਜ਼ਾ ਨਹੀਂ ਦੇਣੀ। ਇਹਦਾ ਕਾਰਨ ਇਹ ਹੈ ਕਿ ਸੰਗਤਾਂ ਆਈਆਂ ਨੇ, ਦੀਵਾਲੀ ਦਾ ਮੇਲਾ ਜਿਹੜਾ ਸੀ ਉਹ ਬਹੁਤ ਵੱਡੇ ਰੂਪ ਅੰਦਰ ਭਰਿਆ ਹੈ। ਤੇ ਇਸ ਤਰ੍ਹਾਂ ਗੰਭੀਰ ਧੀਰ ਮਨ ਭੋਏ, ਹਜੂਰ ਗੰਭੀਰਤਾ ਦੇ ਮਾਲਕ ਪਾਤਸ਼ਾਹ ਜੀ ਟਿਕੇ ਰਹੇ, ਕੋਈ ਵੀ ਅੱਗੇ ਫੈਸਲਾ ਨਹੀਂ ਸੁਣਾਇਆ। ਮੇਲਾ ਅਧਿਕ ਸੰਗਤਾ ਦਰਸਤ ਮਨ ਬਾਂਛਤ ਗੁਰ ਤੇ ਬਰ ਪਾਏ। ਤੇ ਬਹੁਤ ਮੇਲਾ ਜਿਹੜਾ ਉਹ ਭਰਿਆ ਹੋਇਆ, ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆ ਰਹੀਆਂ ਨੇ, ਆਈਆਂ ਵੀ ਹੋਈਆਂ ਨੇ, ਆ ਵੀ ਰਹੀਆਂ ਨੇ, ਕੁਝ ਆ ਕੇ ਚਲੇ ਵੀ ਗਏ ਹਨ। ਤੇ ਸਾਰੇ ਮਨ ਭਾਉਂਦਾ ਹਜੂਰ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕਰ ਰਹੇ ਹਨ। ਤ੍ਰਿਪਤ ਨਾ ਹੋਤ ਬਿਲੋਕਤ ਦ੍ਰਿਗ ਭਰ ਬੈਠਤ ਨਿਕਟ ਮੋਦ ਉਪਜਾਏ। ਤੇ ਜੋ ਵੀ ਹਜੂਰ ਦੇ ਦੀਦਾਰ ਕਰਦਾ ਨਾ, ਤ੍ਰਿਪਤ ਨਾ ਹੋਤ, ਗੁਰੂ ਕੇ ਦਰਸ਼ਨ ਕਰਕੇ ਇਹ ਨੇਤਰ ਜਿਹੜੇ ਹਨ ਰੱਜਦੇ ਨਹੀਂ ਹਨ। ਜਿਵੇਂ ਸਾਡੀਆਂ ਅੱਖਾਂ ਸੰਸਾਰ ਨੂੰ ਦੇਖ ਦੇਖ ਕੇ ਨਹੀਂ ਰੱਜਦੀਆਂ, ਇਸ ਤਰ੍ਹਾਂ ਪਿਆਰ ਵਾਲੇ ਦੇ ਨੇਤਰ ਜਿਹੜੇ ਹੁੰਦੇ ਨੇ ਨਾ, ਉਹ ਗੁਰੂ ਦਾ ਦਰਸ਼ਨ ਕਰ ਕਰਕੇ ਨਹੀਂ ਰੱਜਦੇ। ਉਹ ਤਾਂ ਫਿਰ ਇੰਜ ਕਹਿੰਦੇ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ।
ਉਹ ਨਹੀਂ ਰਹਿ ਪਾਉਂਦੇ। ਕਿ ਇਹ ਜਿਹੜੇ ਦਰਸ਼ਨ ਕਰਨ ਆਏ ਗੁਰੂ ਕੇ ਪਿਆਰੇ ਸਿੱਖ ਨੇ ਲਗਾਤਾਰ ਜਿਵੇਂ ਚੰਨ ਨੂੰ ਚਕੋਰ ਦੇਖਦੀ ਇੰਜ ਹਜੂਰ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਤੇ ਨੇਤਰ ਤ੍ਰਿਪਤ ਨਹੀਂ ਹੁੰਦੇ ਪਏ ਹਨ। ਸੁਨੇ ਬਾਕ ਸਨਮੁਖ ਇਕ ਥਿਰ ਹੋਇ ਕਰੇ ਪ੍ਰੇਮ ਉਰ ਰੂਪ ਬਸਾਏ। ਤੇ ਕਈ ਜਿਹੜੇ ਨੇ ਬੜੇ ਪਿਆਰ ਦੇ ਨਾਲ ਨਾ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਬਹਿੰਦੇ ਨੇ ਤੇ ਸੁਨਹਿ ਬਾਕ ਹਜੂਰ ਪਾਤਸ਼ਾਹ ਆਪਣੀ ਰਸਨਾ ਤੋਂ ਜੋ ਬਚਨ ਕਹਿੰਦੇ ਨੇ ਬੜੇ ਪਿਆਰ ਦੇ ਨਾਲ ਉਹ ਸਰੀਰ ਜਿਹੜੇ ਸੁਣਦੇ ਹਨ ਤੇ ਕਈ ਜਿਹੜੇ ਹਨ ਉਹਨਾਂ ਨੂੰ ਕਮਾਉਂਦੇ ਵੀ ਹਨ, ਕਿਉਂਕਿ ਸੁਣਨ ਵਾਲਿਆਂ ਦੀ ਗਿਣਤੀ ਬਹੁਤ ਹੁੰਦੀ ਹੈ, ਕਮਾਉਣ ਵਾਲਿਆਂ ਦੀ ਗਿਣਤੀ ਜਿਹੜੀ ਸੋ ਬਹੁਤ ਘੱਟ ਹੁੰਦੀ, ਸਵਾਈ ਹੁੰਦੀ, ਨਾ ਮਾਤਰ ਜਿਹੀ ਹੁੰਦੀ ਹੈ। ਬੈਠਤ ਨਿਕਟ ਮੋਦ ਉਪਜਾਏ ਕਰਹਿ ਪ੍ਰੇਮ ਔਰ ਰੂਪ ਵਸਾਏ। ਕਈ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸੁਣ ਰਹੇ ਨੇ, ਕਈ ਹਜੂਰ ਪਾਤਸ਼ਾਹ ਜੀ ਦੇ ਨਾਲ ਇੰਨਾ ਪ੍ਰੇਮ ਕਰਕੇ ਦਰਸ਼ਨ ਕਰਦੇ ਨੇ ਕਿ ਹਜੂਰ ਪਾਤਸ਼ਾਹ ਜੀ ਦਾ ਮੁਬਾਰਕ ਸਰੂਪ ਜਿਹੜਾ ਹੈ ਉਹ ਆਪਣੇ ਹਿਰਦੇ ਦੇ ਅੰਦਰ ਹੀ ਵਸਾਈ ਬੈਠੇ ਹਨ। ਜਪਹਿ ਨਾਮ ਸਿੱਕੀ ਬਟ ਸਰਦਾ ਚਾਹਤ ਇਕ ਪਰ ਲੋਕ ਸਹਾਈ। ਇਸ ਤਰ੍ਹਾਂ ਜਪਹਿ ਨਾਮ ਸਿੱਖੀ ਵੱਡ ਸ਼ਰਧਾ, ਇੱਕ ਜਿਹੜਾ ਉਹ ਹਜੂਰ ਪਾਤਸ਼ਾਹ ਦੇ ਸਾਹਮਣੇ ਬੈਠਾ ਨਾਮ ਜਪਦਾ ਪਿਆ ਕਿ ਦਾਤਾ ਮੈਨੂੰ ਨਾਮ ਦੀ ਦਾਤ ਦੇ। ਕੋਈ ਇੰਜ ਅਰਦਾਸਾਂ ਕਰਦਾ ਪਿਆ, ਸਤਿਗੁਰੂ ਮੇਰਾ ਲੋਕ ਤੇ ਪਰਲੋਕ ਜਿਹੜਾ ਸਾਡਾ ਅਗਿਆਨੀ ਜੀਵਾਂ ਦਾ, ਔਗਣਾਂ ਨਾਲ ਭਰੇ ਹੋਏ ਜੀਵਾਂ ਦਾ ਲੋਕ ਤੇ ਪਰਲੋਕ ਜਿਹੜਾ ਸਵਾਰ ਦੇਣਾ ਕਰੀ। ਇਮ ਮੇਲਾ ਬੜ ਪੰਜ ਦਿਵਸ ਲੋ ਰਹਿਓ ਹਜੂਰ ਸਮੇਤ ਆਨੰਦ। ਸੋ ਇਸ ਤਰ੍ਹਾਂ 5 ਦਿਨ ਲਗਾਤਾਰ ਹਜੂਰ ਪਾਤਸ਼ਾਹ ਜੀ ਦੇ ਸਨਮੁਖ ਸੰਗਤਾਂ ਆਉਂਦੀਆਂ ਨੇ, ਦੀਦਾਰ ਕਰਦੀਆਂ। ਇਹ ਦੀਪਮਾਲਾ ਦਾ ਭਾਰੀ ਮੇਲਾ ਜਿਹੜਾ ਹੈ ਇਹ ਸਜਿਆ ਰਿਹਾ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ, ਸਭਨਾਂ ਨੇ ਆਨੰਦ ਪ੍ਰਾਪਤ ਕੀਤਾ ਹਜੂਰ ਦੀ ਹਜੂਰੀ ਮਾਣ ਕੇ। ਮੁਖ ਸਿੱਖ ਜਿਨ ਕੇ ਸੰਗ ਸੰਗਤ ਤਿਸੇ ਦੇਸ਼ ਕੋ ਮਹਾਮਸੰਦ। ਹੁਣ ਜਿਹੜੇ ਮੁਖੀ ਸਿੱਖ ਸਨ ਨਾ, ਜਿਹੜੇ ਇਲਾਕੇ ਨਗਰਾਂ ਵਿੱਚੋਂ ਸੰਗਤਾਂ ਆਈਆਂ ਸਨ, ਉਹਨਾਂ ਦੇ ਜਿਹੜੇ ਮੁਖੀ ਸਿੱਖ ਸਨ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀਗਾ, ਉਹ ਮਸੰਦ ਸਾਰੀਆਂ ਸੰਗਤਾਂ ਨੂੰ ਇਕੱਤਰ ਕਰਕੇ ਲੈ ਕਰਕੇ ਆਏ ਹੋਏ ਸਨ। ਦੇ ਦੇ ਸਿਰੋ ਪਾਓ ਸਭਿਨ ਕੋ ਕਰੇ ਵਿਸਰਜਨ ਜਤਾ ਬਿਲੰਦ। ਤੇ ਸਤਿਗੁਰੂ ਪਾਤਸ਼ਾਹ ਹੁਣ ਜਦੋਂ ਵਿਦਾਇਗੀ ਦੇਣ ਲੱਗੇ, ਪਾਤਸ਼ਾਹ ਜਿਹੜੇ ਮੁਖੀ ਸਿੱਖ ਸਨ ਜਾਂ ਮੁਖੀ ਮਸੰਦ ਸਨ, ਇਹਨਾਂ ਸਾਰਿਆਂ ਨੂੰ ਸਿਰੋਂ ਪਾਉ ਦੇ ਕਰਕੇ, ਗੁਰੂ ਘਰ ਦੀ ਮਹਾਨ ਬਖਸ਼ਿਸ਼ ਦੇ ਕਰਕੇ, ਫਿਰ ਆਪਣੀਆਂ ਅਸੀਸਾਂ ਦੇ ਕਰਕੇ, ਫਿਰ ਪ੍ਰਸ਼ਾਦ ਦੇ ਕਰਕੇ ਪਾਤਸ਼ਾਹ ਬੜੀ ਖੁਸ਼ੀ ਦੇ ਨਾਲ ਸਾਰਿਆਂ ਨੂੰ ਵਿਦਾਇਗੀ ਦੇਵਣ ਲੱਗੇ। ਸਨੇ ਸਨੇ ਗਮਨੇ ਇਮ ਸਗਰੇ ਵਰਨਤ ਸਤਿਗੁਰ ਕੇ ਗੁਣ ਬ੍ਰਿੰਦ। ਇਸ ਤਰ੍ਹਾਂ ਸਨੇ ਸਨੇ ਹੌਲੀ ਹੌਲੀ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਪੀਰਾਂ ਦੇ ਪੀਰ ਤੇ ਮੀਰਾਂ ਦੇ ਮੀਰ ਹਨ। ਇਤਿਆਦਿਕ ਗੁਣ ਵਰਨਤ ਜਾਤੇ ਦੇਸ਼ ਵਿਦੇਸ਼ਨ ਮੈਂ ਵਿਦਤਾਏ। ਇਸ ਤਰ੍ਹਾਂ ਸਿੱਖ ਸੰਗਤਾਂ ਜਿੱਧਰ ਜਿੱਧਰ ਜਾ ਰਹੀਆਂ ਨੇ ਆਪਸ ਵਿੱਚ, ਜਾਂ ਜੋ ਕੋਈ ਰਾਹੀ ਪਾਂਦੀ ਮਿਲਦਾ ਹੈ ਉਹਦੇ ਨਾਲ ਗੁਰੂ ਸਾਹਿਬ ਜੀ ਦੇ ਗੁਣਾਂ ਦਾ ਵਰਣਨ ਕਰਦੇ ਨੇ। ਇੰਝ ਹੀ ਫਿਰ ਸਿੱਖੀ ਦਾ ਪ੍ਰਚਾਰ, ਗੁਰੂ ਸਾਹਿਬ ਜੀ ਦੇ ਗੁਣ ਜਿਹੜੇ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਗਟ ਹੋ ਗਏ ਨੇ। ਇੱਕ ਬੇਨਤੀ ਕਰਾਂ, ਅੱਜ ਆਪਾਂ ਸ਼ਾਇਦ ਕਿਤੇ ਨਾ ਕਿਤੇ ਸਾਰਿਆਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਸਾਡੇ ਪ੍ਰਚਾਰਕਾਂ ਦੇ ਮੋਢੇ ਤੇ ਸੱਟੀ ਹੋਈ ਹੈ ਕਿ ਨਹੀਂ ਜੀ ਸਿਰਫ ਪ੍ਰਚਾਰ ਤੁਸੀਂ ਕਰਨਾ ਹੈ, ਤੁਸੀਂ ਹੀ ਪ੍ਰਚਾਰ ਨਹੀਂ ਕਰਦੇ, ਸਿੱਖੀ ਤਾਂ ਨਹੀਂ ਵੱਧਦੀ, ਸਿੱਖੀ ਤਾਂ ਨਹੀਂ ਫੈਲਦੀ, ਪੰਥ ਦਾ ਵਾਧਾ ਨਹੀਂ ਹੁੰਦਾ ਪਿਆ। ਗੁਰਮੁਖੋ ਮਾਫ ਕਰਿਓ ਮੇਰੇ ਸ਼ਬਦਾਂ ਨੂੰ, ਹਰ ਸਿੱਖ ਪ੍ਰਚਾਰਕ ਹੈ, ਹਰ ਸਿੱਖ ਨੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ। ਆਪਾਂ ਰਾਹਾਂ ਪੈਂਡਿਆਂ ਵਿੱਚ ਚੱਲਦੇ ਹਾਂ, ਆਪਣੀਆਂ ਸੁਸਾਇਟੀਆਂ 'ਚ ਰਹਿੰਦੇ ਹਾਂ, ਕਿਤੇ ਕੰਮ ਕਰਦੇ ਹਾਂ, ਉੱਥੇ ਹਜ਼ਾਰਾਂ ਲੋਕ ਸਾਡੇ ਨਾਲ ਕੰਮ ਕਰਦੇ ਹੁੰਦੇ ਆ। ਇਹ ਇੱਕ ਐਸੇ ਪਲੇਟਫਾਰਮ ਹੁੰਦੇ ਨੇ ਜਿੱਥੇ ਤੁਸੀਂ ਸਿੱਖੀ ਦੀ ਗੱਲ ਕਰ ਸਕਦੇ ਹੋ। ਗੁਰੂ ਨਾਨਕ ਸਾਹਿਬ ਜੀ ਜਦੋਂ ਪ੍ਰਚਾਰ ਕਰਦੇ ਸੀ, ਇਹੀ ਦੇਖਦੇ ਸੀ ਕੁੰਭ ਦਾ ਮੇਲਾ ਲੱਗਾ, ਮਤਲਬ ਲੱਖਾਂ ਲੋਕ ਉੱਥੇ ਇਕੱਠੇ ਹੋਏ ਨੇ, ਉੱਥੇ ਚੱਲੀਏ ਆਪਣੀ ਗੱਲ ਕਹੀਏ। ਜੇ ਕਿਤੇ ਗੰਗਾ ਦਾ ਕਿਨਾਰਾ ਹੈ, ਇੱਥੇ ਲੋਕ ਇਕੱਠੇ ਹੋਏ ਨੇ, ਆਪਣੀ ਗੱਲ ਕਹੀਏ। ਜੇ ਕੁਰੂਕਸ਼ੇਤਰ ਦੀ ਧਰਤੀ ਗ੍ਰਹਿਣ ਲੱਗਾ, ਲੋਕ ਇਕੱਠੇ ਹੋਏ ਨੇ, ਆਪਣੀ ਗੱਲ ਕਹੀਏ। ਤਾਂ ਇਸ ਤਰ੍ਹਾਂ ਅੱਜ ਵੀ ਸਾਡੇ ਕੋਲ ਬੜੇ ਐਸੇ ਮੌਕੇ ਹੁੰਦੇ ਨੇ, ਭਾਵ ਆਪਾਂ ਕਿਸੇ ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ 'ਤੇ ਗਏ ਹਾਂ, 4 ਲੋਕ ਬੈਠੇ ਨੇ, ਗੁਰੂ ਨਾਨਕ ਦੇ ਘਰ ਦੀ ਗੱਲ ਕਹਿ ਸਕਦੇ ਹੋ। ਕਿਸੇ ਬਾਹਰਲੀਆਂ ਸਟੇਟਾਂ ਵਿੱਚ ਆਪਾਂ ਬੈਠੇ ਹੁੰਦੇ ਹਾਂ, ਬਹੁਤ ਅਲੱਗ ਧਰਮਾਂ ਦੇ ਲੋਕ ਸਾਡੇ ਨਾਲ ਕੰਮ ਕਰਦੇ ਹੁੰਦੇ ਨੇ, ਉਹਨਾਂ 'ਚ ਬਹਿ ਕੇ ਗੁਰੂ ਨਾਨਕ ਦੇ ਘਰ ਦੀ ਗੱਲ ਕਰੀਏ, ਪਰ ਅਸੀਂ ਨਹੀਂ ਕਰਦੇ। ਅਸੀਂ ਟ੍ਰੇਨਾਂ ਵਿੱਚ ਸਫ਼ਰ ਕਰਦੇ ਹਾਂ, ਮਾफ़ ਕਰਿਓ,
ਘਰ ਤੋਂ ਲੈ ਕੇ ਗੁਰੂ ਘਰ ਪਹੁੰਚਣ ਤੱਕ ਵੀ ਸਾਡਾ ਸਫ਼ਰ ਤਾਸ਼ ਖੇਡਦਿਆਂ ਨਿਕਲਦਾ ਹੈ, ਗੇਮਾਂ ਖੇਡਦਿਆਂ ਨਿਕਲਦਾ ਹੈ, ਬਾਤਾਂ ਕਰਦਿਆਂ ਨਿਕਲਦਾ ਹੈ। ਗੁਰੂ ਘਰੋਂ ਤੁਰ ਕੇ ਘਰੇ ਜਾਣ ਤੱਕ ਰਸਤੇ ਵਿੱਚ ਸਾਡਾ ਸਫ਼ਰ ਗਾਣੇ ਸੁਣਦਿਆਂ, ਬਾਤਾਂ ਕਰਦਿਆਂ, ਤਾਸ਼ਾਂ ਖੇਡਦਿਆਂ, ਗੱਲਾਂ ਕਰਦਿਆਂ ਸਾਡਾ ਸਫ਼ਰ ਨਿਕਲ ਜਾਂਦਾ ਹੈ। ਅਸੀਂ ਰਾਹ ਦੇ ਵਿੱਚ ਕਦੀ ਨਹੀਂ ਚਾਹੁੰਦੇ ਕਿ ਅਸੀਂ ਟ੍ਰੇਨ 'ਚ ਐਡਾ ਵੱਡਾ ਜਥਾ ਅਸੀਂ ਕੀਰਤਨ ਕਰਦੇ ਜਾਈਏ, ਅਸੀਂ ਬਾਣੀ ਪੜ੍ਹਦੇ ਜਾਈਏ, ਜਾਂ ਸਾਡੇ ਨਾਲ ਜਿਹੜੇ ਕੋਈ ਮੁਸਾਫਰ ਬੈਠੇ ਨੇ ਉਹਨਾਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਗੱਲ ਕਰਦੇ ਜਾਈਏ। ਪਰ ਅਸੀਂ ਕਹਾਂਗੇ ਨਹੀਂ ਜੀ, ਤੁਸੀਂ ਤਨਖਾਹਾਂ ਲੈਂਦੇ ਹੋ, ਤੁਹਾਡਾ ਕੰਮ ਹੈ। ਪਰ ਪੁਰਾਣੇ ਗੁਰਸਿੱਖ ਇੰਜ ਹੀ ਪ੍ਰਚਾਰ ਕਰਦੇ ਸਨ। ਸੋ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਦੇ ਪ੍ਰਚਾਰਕ ਕੋਈ ਬਹੁਤੇ ਨਹੀਂ ਸੀ, ਪਰ ਗੁਰੂ ਕੀ ਸਿੱਖੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਗਟ ਸੀ। ਇਸੇ ਲਈ ਕਵੀ ਸਾਹਿਬ ਜੀ ਇੱਥੇ ਸ਼ਬਦ ਵਰਤਦੇ ਨੇ, ਦੇਸ਼ ਵਿਦੇਸ਼ਨ ਮਹਿ ਬਿਦਤਾਏ। ਗੁਰੂ ਸਾਹਿਬ ਜੀ ਦੇ ਗੁਣ, ਗੁਰੂ ਕੀ ਵਡਿਆਈ, ਉਪਮਾ ਸ਼ੋਭਾ ਜਿਹੜੀ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਗਟ ਹੋ ਗਈ ਹੈ। ਅਦਭੁਤ ਕਰਮ ਜਿਨੋ ਕੇ ਦਿਖਿਅਤ ਅਨਗਨ ਸੈਨਾ ਦੀਨ ਖਪਾਏ। ਕਿੰਜ ਬਾਤਾਂ ਕਰਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕਰਮ ਹਨ, ਕਰਮ ਦਾ ਮਤਲਬ ਜਿਹੜੇ ਕੌਤਕ ਖੇਡਾਂ ਨੇ, ਅਦਭੁਤ ਹਨ। ਤੇ ਬਹੁਤ ਸੈਨਾ ਹਜੂਰ ਪਾਤਸ਼ਾਹ ਜੀ ਨੇ ਹੁਣ ਤੱਕ 3 ਜੰਗ ਕੀਤੇ ਨੇ ਤੇ ਬਹੁਤ ਭਾਰੀ ਸੈਨਾ ਦੁਸ਼ਮਣਾਂ ਦੀ ਖਪਾ ਮਾਰੀ ਹੈ। ਸਮਸਰ ਪੁਜਿਓ ਨਾ ਮੁਲਖਨ ਮਾਲਕ ਅਪਰ ਕੌਣ ਯਰ ਸਕੇ ਅਗਾਏ। ਇੱਥੇ ਮੁਲਕਾਂ ਦੇ ਮਾਲਕ ਜਿਹੜੇ ਬਾਦਸ਼ਾਹ ਲੋਕ ਹਨ ਉਹ ਵੀ ਹਜੂਰ ਪਾਤਸ਼ਾਹ ਜੀ ਦੇ ਸਮਸਰ ਪੁਜਿਓ ਨਾ। ਇੱਥੇ ਬਾਦਸ਼ਾਹ ਜਹਾਂਗੀਰ, ਸ਼ਾਹ ਜਹਾਨ ਵਰਗੇ ਜਿਹੜੇ ਬਾਦਸ਼ਾਹ ਨੇ ਇਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਬਰਾਬਰ ਨਹੀਂ ਪਹੁੰਚ ਸਕਦੇ। ਸ੍ਰੀ ਹਰਿ ਗੋਬਿੰਦ ਚੰਦ ਬੰਦਨਾ ਕਰੇ ਸੁਰਾਸਰ ਜਿਨ ਕੇ ਪਾਏ। ਤੇ ਸਾਰੇ ਬਾਤਾਂ ਕਰਦੇ ਗੁਰੂ ਹਰਗੋਬਿੰਦ ਮਹਾਰਾਜ ਜੀ ਚੰਦਰਮਾ ਦੀ ਨਿਆਈ ਪ੍ਰਗਟ ਰੂਪ ਵਿੱਚ ਪ੍ਰਕਾਸ਼ ਸਰੂਪ ਹਨ। ਅਸੀਂ ਲੱਖਾਂ ਵਾਰ ਹਜੂਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਾਂ। 5 ਦਿਵਸ ਜਸ ਬੀਤ ਗਏ ਜਬ ਸਤਿਗੁਰ ਬੈਠੇ ਸਭਾ ਲਗਾਏ। ਇਸ ਤਰ੍ਹਾਂ 5 ਦਿਨ ਦਾ ਇਹ ਮੇਲਾ ਜਿਹੜਾ ਸੀ ਜਦੋਂ ਬੀਤ ਗਿਆ, 5 ਦਿਨ ਸੁਪਨੇ ਦੀ ਨਿਆਈ ਝੱਟ ਹੀ ਲੰਘ ਗਏ ਨੇ। ਸੋ ਇਸ ਤਰ੍ਹਾਂ ਸੰਗਤਾਂ ਨੇ ਵਿਦਾਇਗੀ ਲੈ ਲਈ। ਅੱਜ ਹਜੂਰ ਪਾਤਸ਼ਾਹ ਜੀ ਬੜੇ ਪਿਆਰ ਦੇ ਵਿੱਚ ਸੋਹਣਾ ਦੀਵਾਨ ਸਜਾ ਕੇ ਸਿੰਘਾਸਨ ਤੇ ਸੁਭਾਏਮਾਨ ਹਨ। ਪੈਂਦੇ ਖਾਨ ਕੋ ਸਿਮਰਨ ਕੀਨਸ ਕਿਸ ਕਾਰਨ ਤੇ ਇਤਨ ਆਏ। ਹਜੂਰ ਪਾਤਸ਼ਾਹ ਜੀ ਨੇ ਪੈਂਦੇ ਖਾਨ ਨੂੰ ਯਾਦ ਕੀਤਾ ਤੇ ਕੋਲ ਬੈਠੇ ਸਿੱਖਾਂ ਨੂੰ ਪੁੱਛਦੇ ਨੇ ਵੀ ਕਿਸ ਕਾਰਨ ਤੇ ਇਤਨ ਆਏ, ਕੀ ਕਾਰਨ ਬਣਿਆ? ਪੈਂਦੇ ਖਾਂ ਕਾਫੀ ਦਿਨਾਂ ਤੋਂ ਇੱਧਰ ਨਹੀਂ ਆਇਆ ਹੈ। ਕੋਸ਼ਿਸ਼ ਬਰ ਤੁਰੰਗ ਕੋ ਲੈ ਕਰ ਫੇਰ ਨਹੀਂ ਨਿਜ ਬਦਨ ਦਿਖਾਏ। ਇਹ ਚੰਗਾ ਬੰਦਾ ਜਦੋਂ ਦੀਆਂ ਸਾਡੇ ਤੋਂ ਬਖਸ਼ਿਸ਼ਾਂ ਲੈ ਗਿਆ, ਪੋਸ਼ਿਸ਼ ਲੈ ਗਿਆ, ਪੋਸ਼ਾਕ ਲੈ ਗਿਆ, ਫਿਰ ਸਾਡੇ ਤੋਂ ਘੋੜਾ ਲੈ ਗਿਆ, ਦਸਤਾਰ ਲੈ ਗਿਆ, ਖੜਗ ਸਿਪਰ ਲੈ ਗਿਆ, ਭਾਵ ਤਲਵਾਰ ਢਾਲ ਲੈ ਗਿਆ, ਉਸ ਤੋਂ ਬਾਅਦ ਵਾਪਿਸ ਹੀ ਨਹੀਂ ਆਇਆ। ਇਹ ਇਕੱਲਾ ਪੈਂਦੇ ਖਾਂ ਹੀ ਨਹੀਂ ਹੈ, ਇਹ ਸਾਡੀ ਸਾਰਿਆਂ ਦੀ ਹਕੀਕਤ ਹੈ। ਜਦੋਂ ਅਸੀਂ ਗੁਰੂ ਤੋਂ ਕੋਈ ਬਖਸ਼ਿਸ਼ਾਂ ਲੈਣੀਆਂ ਅਸੀਂ ਨੰਗੇ ਪੈਰੀ ਵੀ ਚੱਲ ਚੱਲ ਕੇ ਆਉਂਦੇ ਹਾਂ, ਪਰ ਜਿਸ ਦਿਨ ਸਾਡੀ ਕਾਮਨਾ ਪੂਰੀ ਹੋ ਜੇ, ਸਾਡੀ ਸੁਖਨਾ ਪੂਰੀ ਹੋ ਜੇ, ਫਿਰ ਕਿਹੜਾ ਗੁਰੂ ਘਰ, ਕਿਹੜਾ ਰੱਬ, ਕਿਹੜੇ ਗੁਰੂ ਘਰ ਜਾਣਾ, ਛੱਡੋਣ ਨਹੀਂ ਜਾਇਆ ਜਾਂਦਾ। ਭਾਵ ਜਦੋਂ ਕੁਝ ਪ੍ਰਾਪਤ ਹੋ ਜਾਵੇ ਨਾ ਫਿਰ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਹਜੂਰ ਪਾਤਸ਼ਾਹ ਕਹਿੰਦੇ ਖੌਰੇ ਕੀ ਗੱਲ ਹੋ ਗਈ ਕਿ ਪੈਂਦੇ ਖਾਂ ਆਇਆ ਹੀ ਨਹੀਂ ਹੈ। ਉਰ ਹੰਕਾਰ ਕੇ ਹੈ ਤੇ ਗਿਰਗਾ ਲਗੀ ਚੋਟ ਕਹਿ ਰਹਿਓ ਲਜਾਏ। ਸਭ ਖਿਆਲ ਕਰਦੇ ਨੇ ਕਿਤੇ ਹਿਰਦੇ ਵਿੱਚ ਉਰ ਹੰਕਾਰ, ਕਿਤੇ ਬਹੁਤਾ ਹੰਕਾਰੀ ਤਾਂ ਨਹੀਂ ਹੋ ਗਿਆ, ਕਿਉਂਕਿ ਹੰਕਾਰ ਤਾਂ ਪਹਿਲਾਂ ਹੀ ਸੀ ਉਹਦੇ ਅੰਦਰ। ਕਿਤੇ ਵਸਤੂਆਂ ਪਾ ਕੇ ਬਹੁਤਾ ਹੰਕਾਰੀ ਨਾ ਹੋ ਗਿਆ ਹੋਵੇ, ਜਾਂ ਫਿਰ ਕਿਤੇ ਘੋੜੇ ਤੋਂ ਡਿੱਗ ਨਾ ਪਿਆ ਹੋਵੇ, ਕਿ ਉਹਦੇ ਕੋਈ ਸੱਟ ਚੋਟ ਲੱਗੀ ਹੋਵੇ, ਉਸ ਸੱਟ ਚੋਟ ਲੱਗੇ ਸ਼ਰਮ ਦਾ ਮਾਰਾ ਨਾ ਸਾਡੇ ਕੋਲ ਆਉਂਦਾ ਹੋਵੇ। ਕੋਈ ਵੀ ਕਾਰਨ ਹੋ ਸਕਦਾ, ਕਿਉਂਕਿ ਹੰਕਾਰੀ ਵੀ ਗੁਰੂ ਤੋਂ ਬੜੀ ਛੇਤੀ ਦੂਰ ਹੋ ਜਾਂਦਾ ਹੈ। ਇੱਕ ਸ਼ਾਇਰ ਦੇ ਬੜੇ ਸੋਹਣੇ ਬੋਲ ਨੇ ਕਿ ਖੁਦਾ ਹਮਕੋ ਐਸੀ ਖੁਦਾਈ ਨਾ ਦੇ ਕਿ ਆਪਣੇ ਸਿਵਾ ਕੋਈ ਦਿਖਾਈ ਨਾ ਦੇ। ਰੱਬ ਨਾ ਕਰੇ ਕਿਸੇ ਦੇ ਅੰਦਰ ਹੰਕਾਰ ਆਵੇ। ਸਭ ਤੋਂ ਭੈੜੀ ਬਿਮਾਰੀ, ਸੰਸਾਰ ਦੀਆਂ ਬੜੀਆਂ ਬਿਮਾਰੀਆਂ ਨੇ, ਬੜੀਆਂ ਭਿਆਨਕ ਨੇ, ਪਰ ਸਭ ਤੋਂ ਭਿਆਨਕ ਬਿਮਾਰੀ ਜਿਹਨੂੰ ਹਜੂਰ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਤਾਂ ਹਜੂਰ ਕਹਿੰਦੇ ਕਿਤੇ ਹੰਕਾਰ ਦਾ ਰੋਗ ਨਾ ਚੰਬੜ ਗਿਆ ਹੋਵੇ, ਜਾਂ ਘੋੜੇ ਤੋਂ ਡਿੱਗ ਨਾ ਪਿਆ ਹੋਵੇ, ਜਾਂ ਕਿਤੇ ਸ਼ਰਮ ਦਾ ਮਾਰਾ ਹੀ ਨਾ ਆ ਰਿਹਾ ਹੋਵੇ। ਕਾਰਨ ਘਨੇ ਵਿਚਾਰ ਕਰੇ ਇਮ ਤਬ ਸਤਿਗੁਰੂ ਪਠਾਇਓ ਦਾਸ। ਇਹ ਸਾਰੇ ਕਾਰਨ ਹਜੂਰ ਪਾਤਸ਼ਾਹ ਨੇ ਮਨ ਦੇ ਵਿੱਚ ਵਿਚਾਰੇ ਤੇ ਫਿਰ ਇੱਕ ਦਾਸ ਸੇਵਕ ਨੂੰ ਪਾਤਸ਼ਾਹ ਹੁਕਮ ਦੇ ਕੇ ਭੇਜਣਾ ਕੀਤਾ। ਸੁਧ ਸਗਰੀ ਨੀ ਕੇ ਅਵਲੀਜ ਗਮਨੋ ਪੈਦੇ ਖਾਨ ਕੇ ਪਾਸ। ਸਭ ਕਹਿੰਦੇ ਸਿੱਖਾ ਜਾ ਕੇ ਸੁੱਧ ਖਬਰੀ, ਸਾਰੀ ਸੁੱਧ ਖਬਰ ਜਿਹੜੀ ਉਹ ਲੈ ਜਾ ਕੇ ਤੇ ਪੈਂਦੇ ਖਾਂ ਦਾ ਹਾਲ ਚਾਲ ਪੁੱਛ ਕੇ ਆਉਣਾ ਕਰ। ਹਮ ਦਿਸ ਤੇ ਤਿਸ ਜਾਏ ਹਕਾਰੋ ਆਨੋ ਸੰਗ ਹੋਏ ਨਿਰਜਾਸ। ਤੇ ਕੱਲਾ ਹਾਲ ਪੁੱਛ ਕੇ ਨਾ ਆ ਜੀ, ਸਾਡੇ ਵੱਲੋਂ ਜਾਏ ਹਕਾਰੋ, ਹਮ ਦਿਸ਼ ਤੇ ਸਾਡੇ ਵੱਲੋਂ ਜਾ ਕੇ ਉਹਨੂੰ ਸੱਦਾ ਦੇ
ਕਿ ਗੁਰੂ ਸਾਹਿਬ ਜੀ ਨੇ ਤੈਨੂੰ ਬੁਲਾਇਆ ਤੇ ਕੱਲਾ ਸੱਦਾ ਦੇ ਕੇ ਨਾ ਮੋੜਾਂ ਵੀ ਕਿਤੇ, ਆਪਣੇ ਨਾਲ ਉਹਨੂੰ ਲੈ ਕੇ ਆਉਣਾ ਹੈ। ਸੁਨਤ ਗਇਓ ਤਵ ਪਹੁੰਚ ਬਿਲੋਕਿਓ ਮਲਨ ਬਸਨ ਜੁਤ ਹੁਤੇ ਉਦਾਸ। ਸਿੱਖ ਉਸੇ ਵੇਲੇ ਹਜੂਰ ਪਾਤਸ਼ਾਹ ਦੇ ਬਚਨ ਸੁਣ ਕੇ ਤਤਕਾਲ ਪੈਂਦੇ ਖਾਂ ਦੇ ਘਰੇ ਗਿਆ। ਜਦੋਂ ਦੇਖਦਾ ਤੇ ਸਾਹਮਣੇ ਪੈਂਦੇ ਖਾਂ ਬੈਠਾ, ਵਿਹੜੇ ਦੇ ਵਿੱਚ ਮੰਜਾ ਡਾਇਆ ਤੇ ਇਹਦਾ ਮਲਨ ਬਦਨ, ਇਹਦਾ ਸਰੀਰ ਬਿਲਕੁਲ ਮੈਲਾ ਕਚੈਲਾ ਹੈ। ਤਨ ਦੇ ਉੱਤੇ ਕੱਪੜੇ ਵੀ ਜਿਹੜੇ ਹਨ ਉਹ ਬਿਲਕੁਲ ਮੈਲੇ ਪਾਏ ਨੇ ਤੇ ਚਿਹਰੇ ਦੇ ਉੱਤੇ ਉਦਾਸੀ ਛਾਈ ਹੋਈ ਹੈ। ਸੁਨੋ ਖਾਨ ਜੀ ਗੁਰੂ ਹਕਾਰਤ ਕਹਿਓ ਸੰਗ ਆਪਣੇ ਤੂੰ ਲਿਆਏ। ਤੇ ਸਿੱਖ ਉੱਚੀ ਆਵਾਜ਼ ਨਾਲ ਕਹਿੰਦਾ, ਸੁਨੋ ਖਾਨ ਜੀ, ਇਹ ਪੈਂਦੇ ਖਾਂ ਸੁਣ, ਤੈਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਯਾਦ ਕੀਤਾ, ਤੈਨੂੰ ਬੁਲਾਇਆ ਹੈ ਤੇ ਨਾਲ ਮੈਨੂੰ ਹੁਕਮ ਕੀਤਾ ਹੈ ਕਿ ਕਹਿਓ ਸੰਗ ਆਪਣੇ ਤੂੰ ਲਿਆਏ, ਕਿ ਮੈਨੂੰ ਕੱਲਾ ਸੱਦਾ ਦੇਣ ਨਹੀਂ ਭੇਜਿਆ, ਮੈਨੂੰ ਹੁਕਮ ਕੀਤਾ ਪੈਂਦੇ ਖਾਨ ਨੂੰ ਨਾਲ ਲੈ ਕੇ ਆਉਣਾ ਕਰ। ਮੁੰਡ ਕੁਭਾਗੀ ਪ੍ਰੇਰਿਓ ਕਾਲਸ ਜਿਵੇਂ ਬੈਠਿਓ ਤਿਵੇਂ ਉੱਠਿਓ ਸਿਧਾਏ। ਤੇ ਇਸ ਨੂੰ ਕਾਲ ਨੇ ਪ੍ਰੇਰਿਆ, ਮੂਰਖ ਨੂੰ, ਕੁਭਾਗੀ ਨੂੰ, ਮਾੜਿਆਂ ਭਾਗਾਂ ਵਾਲੇ ਨੂੰ, ਕਿ ਜਿਸ ਤਰ੍ਹਾਂ ਬੈਠਾ ਸੀਗਾ, ਜਿਸ ਹਾਲਤ ਦੇ ਵਿੱਚ ਬੈਠਾ ਸੀ ਉਵੇਂ ਹੀ ਉੱਠ ਕੇ ਸਿੱਖ ਦੇ ਨਾਲ ਤੁਰ ਪੈਣਾ ਕੀਤਾ। ਨੀਕੇ ਵਸਤਰ ਸ਼ਸਤਰ ਨ ਪਹਿਰੇ ਹੋ ਨਹਾਰ ਨੇ ਤਥਾ ਕਰਾਏ। ਇਹ ਹੋਣੀ ਨੇ ਇਹਦੇ ਤੋਂ ਇਸ ਤਰ੍ਹਾਂ ਕਰਾਇਆ ਕਿ ਇਹਨੇ ਹਜੂਰ ਪਾਤਸ਼ਾਹ ਦੇ ਦਿੱਤੇ ਹੋਏ ਸੋਹਣੇ ਵਸਤਰ ਸ਼ਸਤਰ ਜਿਹੜੇ ਸਨ ਉਹ ਧਾਰਨ ਨਹੀਂ ਕੀਤੇ। ਜਿਸ ਤਰ੍ਹਾਂ ਦਾ ਮੈਲੇ ਕੱਪੜੇ ਪਹਿਨੇ ਸਨ, ਮੈਲਾ ਕੁਚੈਲਾ ਸਰੀਰ ਸੀ, ਉਸੇ ਤਰ੍ਹਾਂ ਹੀ ਸਿੱਖ ਦੇ ਨਾਲ ਹੋ ਤੁਰਿਆ ਹੈ। ਨਹਿ ਤੁਰੰਗ ਪਰ ਚੜ ਕਰ ਗਮਨਿਓ ਮਹਾ ਬਿਸੂਰਤ ਆਇਬ ਪਾਏ। ਹਜੂਰ ਨੇ ਕਿਹਾ ਸੀ ਪੈਂਦੇ ਖਾਂ ਜਦੋਂ ਆਉਣਾ ਹੈ ਨਾ ਸਾਡੇ ਕੋਲ ਘੋੜੇ ਤੇ ਚੜ ਕੇ ਆਉਣਾ ਹੈ, ਪਰ ਨਹਿ ਤੁਰੰਗ ਪਰ ਚੜਿਓ, ਘੋੜੇ ਤੇ ਵੀ ਨਹੀਂ ਚੜਿਆ, ਸੋਹਣੇ ਵਸਤਰ ਵੀ ਨਹੀਂ ਪਾਏ। ਫਿਰ ਉਸ ਤੋਂ ਬਾਅਦ ਝੂਰਦਾ ਹੋਇਆ ਗਿਆ ਤੇ ਆਪਣੇ ਪੈਰ ਜਿਹੜੇ ਸਨ ਭਾਵ ਕੇ ਪੈਦਲ ਗਿਆ ਹੈ, ਪੈਰਾਂ ਵਿੱਚ ਵੀ ਕੋਈ ਸੋਹਣਾ ਜੋੜਾ ਨਾ ਪਹਿਨਿਆ ਤੇ ਪੈਦਲ ਹੀ ਤੁਰ ਪੈਣਾ ਕੀਤਾ। ਸ੍ਰੀ ਸਤਿਗੁਰ ਕੋ ਬੰਧਨ ਕਰ ਕੈ ਸਨਮੁਖ ਬੈਠਿਓ ਮਤ ਬਿਚਲਾਏ। ਤੇ ਹਜੂਰ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚਦਾ ਹੈ। ਪਾਤਸ਼ਾਹ ਜੀ ਸੋਹਣੇ ਸਿੰਘਾਸਨਾਂ ਤੋਂ ਸੁਭਾਏ ਮਾਨ, ਸੋਹਣੀਆਂ ਸੰਗਤਾਂ ਸਜੀਆਂ ਨੇ, ਸੋਹਣਾ ਦਰਬਾਰ ਸਜਿਆ। ਇਹ ਪਹੁੰਚਦਾ ਹੈ, ਪਾਤਸ਼ਾਹ ਨੂੰ ਨਮਸਕਾਰ ਕਰਦਾ ਹੈ, ਸਨਮੁਖ ਬੈਠਿਓ ਮਤ ਬਿਚਲਾਏ। ਇਹਦੀ ਮਤ ਜਿਹੜੀ ਆ ਉਹ ਫਿਰੀ ਹੋਈ ਹੈ, ਕਾਲ ਦਾ ਪ੍ਰੇਰਿਆ, ਖੋਟੇ ਕਰਮਾਂ ਦਾ ਪ੍ਰੇਰਿਆ ਹੋਇਆ। ਹਜੂਰ ਪਾਤਸ਼ਾਹ ਦੇ ਸਾਹਮਣੇ ਜਾ ਬੈਠਾ। ਦੇਖ ਨ ਸਕੇ ਸਮੁਖ ਮਨ ਖੋਟਾ ਅੰਤਰ ਜਾਮੇ ਸਭ ਲਖ ਪਾਏ। ਪਰ ਹੁਣ ਇਹਦੀ ਹਿੰਮਤ ਨਹੀਂ ਪੈਂਦੀ ਕਿ ਸਾਹਿਬ ਦੇ ਨੇਤਰਾਂ ਵਿੱਚ ਨੇਤਰ ਪਾ ਸਕੇ। ਵੈਸੇ ਤੇ ਕਿਸੇ 'ਚ ਵੀ ਇੰਨੀ ਹਿੰਮਤ ਨਹੀਂ ਸੀ ਪੈਂਦੀ ਹੁੰਦੀ ਕਿ ਹਜੂਰ ਦੇ ਨੈਣਾ ਨੇਤਰਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇ। ਪਰ ਖੈਰ ਇਹ ਇੰਨਾ ਕੁ ਆਪਣੇ ਆਪ ਦੇ ਵਿੱਚ ਲੱਜਾਵਾਨ ਹੈ ਕਿ ਇਹ ਨਿਗਾਹ ਹੀ ਨਹੀਂ ਤਾਂ ਚੁੱਕਦਾ ਪਿਆ, ਹਜੂਰ ਪਾਤਸ਼ਾਹ ਵੱਲ ਦੇਖਦਾ ਤੱਕ ਨਹੀਂ ਪਿਆ ਤੇ ਸਨਮੁਖ ਬੈਠਿਓ ਅੰਤਰ ਜਾਮੀ ਸਭ ਲਖ ਪਾਏ। ਪਰ ਹਜੂਰ ਪਾਤਸ਼ਾਹ ਇਹਦੇ ਅੰਦਰ ਦੀ ਸਾਰੀ ਗੱਲ ਨੂੰ ਜਾਣਦੇ ਪਏ ਹਨ। ਸਿਰੇ ਮੁਖ ਬੁਝਿਓ ਪੋਸਿਸ ਚੀਰਾ ਪਹਿਰ ਭਲੇ ਤਨ ਕਿਉਂ ਨਹੀਂ ਆਏ। ਹਜੂਰ ਬੜੇ ਪਿਆਰ ਨਾਲ ਪੁੱਛਦੇ ਪੈਂਦੇ ਖਾਂ ਕੀ ਗੱਲ ਹੋ ਗਈ, ਪੋਸ਼ਿਸ਼ ਚੀਰਾ, ਨਾ ਤੂੰ ਸੋਹਣੇ ਕੱਪੜੇ ਪਾ ਕੇ ਆਇਆ, ਨਾ ਤੂੰ ਸੋਹਣੀ ਦਸਤਾਰ ਸਜਾ ਕੇ ਆਇਆ, ਕੀ ਗੱਲ ਹੋ ਗਈ ਹੈ, ਪਹਿਰ ਭਲੇ ਤਨ ਕਿਉਂ ਨਹੀਂ ਆਏ, ਤੂੰ ਆਪਣੇ ਸਰੀਰ ਦੇ ਉੱਤੇ ਭਲੇ ਵਸਤਰ ਪਹਿਨ ਕੇ ਕਿਉਂ ਨਹੀਂ ਆਇਆ ਹੈ। ਖੜਗ ਸਿਪਰ ਜੁਤ ਚੜਿਓ ਤੁਰੰਗਨ ਕਿਵੇਂ ਆਇਓ ਅਸ ਹੁਕਮ ਮਿਟਾਏ। ਨਾ ਤੇਰੇ ਕੋਲ ਤਲਵਾਰ ਹੈ, ਨਾ ਤੇਰੇ ਕੋਲ ਢਾਲ ਹੈ, ਨਾ ਕੋਈ ਹੋਰ ਸ਼ਸਤਰ ਸਜਾ ਕੇ ਆਇਆ, ਨਾ ਚੜਿਓ ਤੁਰੰਗ, ਨਾ ਤੂੰ ਘੋੜੇ ਤੇ ਵੀ ਨਹੀਂ ਚੜ ਕੇ ਆਇਆ। ਕਿਮ ਆਇਓ ਅਸ ਹੁਕਮ ਮਿਟਾਏ, ਕਹਿੰਦੇ ਖਾ ਸਾਡਾ ਹੁਕਮ ਜਿਹੜਾ ਮਿਟਾਇਆ, ਹੁਕਮ ਅਦੂਲੀ ਕਰਕੇ ਤੂੰ ਕਿਸ ਤਰ੍ਹਾਂ ਆ ਗਿਆ ਹੈ। ਮਲਨ ਬੀਸ ਯਰ ਮਲਨ ਬਦਨ ਬਨ ਕਿਮ ਸੰਚਿਤ ਯੁਰ ਬਿਨਾ ਹੁਲਾਸ। ਤੇ ਤੇਰਾ ਚਿਹਰਾ ਜਿਹੜਾ ਬਿਨਾ ਹੁਲਾਸ, ਚਿਹਰੇ ਦੇ ਉੱਤੇ ਤੇਰੇ ਬਹੁਤ ਜ਼ਿਆਦਾ ਕੋਈ ਚਿੰਤਾ ਦਿਸਦੀ ਪਈ ਹੈ, ਖੁਸ਼ੀ ਦੀ ਕੋਈ ਲਹਿਰ ਜਿਹੜੀ ਤੇਰੇ ਚਿਹਰੇ ਤੇ ਦਿਸਦੀ ਨਹੀਂ ਪਈ। ਮਲਨ ਬਲੀਨ, ਤੇਰੇ ਵਸਤਰ ਜਿਹੜੇ ਉਹ ਵੀ ਬਿਲਕੁਲ ਮਲੀਨ ਹਨ, ਤੇਰਾ ਤਨ ਵੀ ਜਿਹੜਾ ਉਹ ਬਿਲਕੁਲ ਮੈਲਾ ਕੁਚੈਲਾ ਹੈ। ਪਾਂਚ ਦਿਵਸ ਬਖਸ਼ਿਸ਼ ਕੋ ਲੇਕਰ ਕਿਉਂ ਨਾ ਆਨੰਦਤ ਬਹਿਰ ਪ੍ਰਕਾਸ਼। ਕਹਿੰਦੇ ਖਾਂ 5 ਦਿਨ ਹੋ ਗਏ ਨੇ ਤੈਨੂੰ ਅਸੀਂ ਬਖਸ਼ਿਸ਼ਾਂ ਦੇ ਕਰਕੇ, ਸੋਹਣੀਆਂ ਵਸਤੂਆਂ ਦੇ ਕਰਕੇ ਨਿਵਾਜਿਆ ਸੀ, ਹਾਲੇ ਤੱਕ ਵੀ ਤੇਰਾ ਹਿਰਦਾ ਖੁਸ਼ੀ ਦੇ ਵਿੱਚ ਨਹੀਂ ਦੌੜਦਾ। ਗੁਰੂ ਘਰੋਂ ਤਾਂ ਇੱਕ ਬਖਸ਼ਿਸ਼ ਮਿਲ ਜੇ ਤੇ ਸਿੱਖ ਦੇ ਖੁਸ਼ੀ ਨਾਲ ਪੈਰ ਨਹੀਂ ਜ਼ਮੀਨ ਤੇ ਲੱਗਦੇ। ਤੈਨੂੰ ਇੰਨੀਆਂ ਬਖਸ਼ਿਸ਼ਾਂ ਅਸੀਂ ਦਿੱਤੀਆਂ, 5 ਦਿਨ ਲੰਘ ਗਏ, ਹਾਲੇ ਵੀ ਤੇਰੇ ਚਿਹਰੇ ਦੇ ਉੱਤੇ ਕੋਈ ਖੁਸ਼ੀ ਕਿਉਂ ਨਹੀਂ ਆਈ ਹੈ। ਕੋ ਕਾਰਜ ਕਿਵੇਂ ਬਿਗੜਿਓ ਤੋ ਪਰੇ ਸਕਲ ਸਾਚ ਕਹੀਏ ਹਮ ਪਾਸ। ਤੇ ਸਾਡੇ ਕੋਲ ਬਿਲਕੁਲ ਸਕਲ ਸਾਚ, ਸਾਰਾ ਕੁਝ ਸੱਚ ਸੱਚ ਦੱਸ, ਕੀ ਤੇਰਾ ਐਸਾ ਕਾਰਜ ਵਿਗੜ ਗਿਆ? ਜਾਂ ਫਿਰ ਪ੍ਰਿਯ, ਪ੍ਰਿਯ ਦਾ ਅਰਥ ਤੇਰਾ ਮਨ ਜਿਹੜਾ ਹੈ ਉਹ ਕਿਹੜੀ ਗੱਲੋਂ ਵਿਗੜਿਆ ਫਿਰਦਾ ਹੈ
ਕਿਉਂ ਤੂੰ ਇੰਨਾ ਚਿੰਤਾਤੁਰ ਹੋ ਕੇ ਇਸ ਤਰ੍ਹਾਂ ਆਇਆ ਹੈ? ਮਿਥਿਆ ਤੇ ਸੁਦਰੁਤ ਹੋਏ ਨਾਹੇ, ਸਾਚ ਕਹੈ ਸੁਖ ਸਾਸ ਗਿਰਾਸ। ਸਾਹਿਬ ਥੋੜਾ ਜਿਹਾ ਇਸ਼ਾਰਾ ਕਰਕੇ ਕਹਿੰਦੇ ਪੈਂਦੇ ਖਾਂ ਦੇਖ, ਜੇ ਤਾਂ ਝੂਠ ਬੋਲੇਗਾ ਤੇ ਫਿਰ ਤਾਂ ਕੁਝ ਨਹੀਂ ਪੱਲੇ ਪੈਣਾ, ਤੇ ਜੇ ਸੱਚ ਕਹਿ ਦੇਂਗਾ ਤੇ ਸੱਚ ਕਹਿਣ ਦੇ ਨਾਲ ਬਹੁਤ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਨਿਕਲ ਆਉਂਦਾ ਹੁੰਦਾ ਹੈ। ਪ੍ਰੇਰਿਓ ਭਾਵੀ ਕੂਰ ਕਹਿਤ ਭਾਂ, ਗੁਰ ਪ੍ਰਤਾਪ ਜਦਪ ਕੁਛ ਜਾਨ। ਪਰ ਇਹਨੂੰ ਭਾਵੀ ਨੇ ਹੋਣੀ ਨੇ ਪ੍ਰੇਰਿਆ ਹੋਇਆ, ਇਹਦੀ ਕੋਈ ਪੇਸ਼ ਨਹੀਂ ਜਾਂਦੀ, ਫਿਰ ਵੀ ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਜਾਣਦਾ ਹੈ ਕਿ ਗੁਰੂ ਸਾਹਿਬ ਜੀ ਦਾ ਕਿੰਨਾ ਮਹਾਨ ਪ੍ਰਤਾਪ ਹੈ। ਸੋ ਗੱਲ ਬਣਾ ਕਰਕੇ ਹਜ਼ੂਰ ਪਾਤਸ਼ਾਹ ਜੀ ਦੇ ਸਾਹਮਣੇ ਰੱਖਦਿਆਂ ਝੂਠ ਬੋਲ ਕੇ ਇੰਜ ਕਹਿਣ ਲੱਗਾ ਹੈ, ਦਾਸ ਆਪ ਕੋ ਗਿਓ ਹਕਾਰਨ, ਬੈਠਿਓ ਜਥਾ ਹੁਤੋ ਨਿਜ ਥਾਨ। ਕਿ ਮਹਾਰਾਜ ਜੀ ਤੁਹਾਡਾ ਦਾਸ ਗਿਆ, ਤੁਹਾਡਾ ਸੇਵਾਦਾਰ ਗਿਆ, ਉਹਨੇ ਜਾ ਕੇ ਮੈਨੂੰ ਸੁਨੇਹਾ ਲਾਇਆ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸੱਦਿਆ। ਮਹਾਰਾਜ ਜਿਵੇਂ ਹੀ ਤੁਹਾਡਾ ਸੁਨੇਹਾ ਮੇਰੇ ਕੰਨਾਂ ਵਿੱਚ ਪਿਆ, ਜਿਸ ਤਰ੍ਹਾਂ ਵੀ ਮੈਂ ਬੈਠਾ ਹੋਇਆ ਸੀ, ਜਿਸ ਥਾਂ ਦੇ ਉੱਤੇ ਬੈਠਾ ਹੋਇਆ ਸੀ, ਤਥਾ ਬਹਿਰ ਤੇ ਇਤ ਚਲ ਆਇਓ, ਨਹੀਂ ਵਸਤਰ ਸੋ ਪਹਿਰਨ ਠਾਨ। ਤੇ ਮਹਾਰਾਜ ਮੈਂ ਬੜੀ ਕਾਲੀ ਕਾਲੀ ਦੇ ਵਿੱਚ ਆਇਆ। ਇੱਥੇ ਆਪਣੀ ਵਡਿਆਈ ਕਰਦਾ ਕਿ ਮਹਾਰਾਜ ਤੁਹਾਡਾ ਹੁਕਮ ਗਿਆ, ਮੈਂ ਇੰਨਾ ਉਸ ਹੁਕਮ ਨੂੰ ਪ੍ਰਵਾਨ ਕੀਤਾ, ਮੈਂ 1 ਮਿੰਟ ਦੀ ਦੇਰੀ ਨਹੀਂ ਕੀਤੀ। ਮਹਾਰਾਜ ਜੇ ਮੈਂ ਕੱਪੜੇ ਸੋਹਣੇ ਪਾਉਣ ਲੱਗ ਜਾਂਦਾ, ਘੋੜਾ ਸ਼ਿੰਗਾਰਨ ਲੱਗ ਜਾਂਦਾ, ਕਾਂਠੀ ਪਾਉਣ ਲੱਗ ਜਾਂਦਾ, ਸ਼ਸਤਰ ਸਜਾਉਣ ਲੱਗ ਜਾਂਦਾ, ਦੇਰੀ ਬੜੀ ਹੋ ਜਾਣੀ ਸੀ। ਇਸ ਲਈ ਮਹਾਰਾਜ ਜਿਵੇਂ ਦਾ ਮੈਂ ਹੈਗਾ ਸੀ, ਜਿਵੇਂ ਦੇ ਕੱਪੜੇ ਪਾਏ ਸੀ, ਤੁਹਾਡਾ ਹੁਕਮ ਗਿਆ, ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਤੇ ਮੈਂ ਉਨੀ ਪੈਰੀ ਸਿੱਖ ਦੇ ਨਾਲ ਤੁਰ ਪਿਆ ਹਾਂ। ਪੁਨ ਦਰ ਸੋ ਤਨ ਪੋਸਿਸ ਸੋ ਧਰ, ਕੋਇ ਨ ਬਿਗੜਿਓ ਕਾਜ ਮਹਾਨ। ਤੇ ਮਹਾਰਾਜ ਕੋਈ ਮੇਰਾ ਕਾਰਜ ਨਹੀਂ ਵਿਗੜਿਆ ਹੋਇਆ, ਮੈਂ ਕਿਸੇ ਗੱਲੋਂ ਕੋਈ ਬਹੁਤੀ ਚਿੰਤਾ ਵਿੱਚ ਨਹੀਂ ਹਾਂ। ਬਾਕੀ ਰਹੀ ਗੱਲ ਸੋਹਣੀ ਪੋਸ਼ਾਕ ਪਹਿਨਣ ਦੀ, ਮਹਾਰਾਜ ਫਿਰ ਪਾਵਾਂਗਾ, ਇਹ ਕਿੱਡੀ ਕੋਈ ਗੱਲ ਹੈ, ਕੱਲ ਨੂੰ ਆਵਾਂਗਾ ਸੋਹਣੇ ਕੱਪੜੇ ਪਾ ਕੇ ਆ ਜਾਵਾਂਗਾ, ਘੋੜੇ ਤੇ ਚੜ੍ਹ ਕੇ ਆ ਜਾਵਾਂਗਾ। ਅੱਜ ਤੁਹਾਡਾ ਸੁਨੇਹਾ ਗਿਆ ਤੇ ਮੈਂ ਜਲਦੀ ਜਲਦੀ ਆ ਗਿਆ ਹਾਂ। ਪਾਨ ਬਦਨ ਨਹਿ ਪਾਨ ਪਖਾਰੇ, ਇਸ ਕਾਰਨ ਤੇ ਮਨ ਅਲਸਾਏ। ਤੇ ਬਾਕੀ ਮਹਾਰਾਜ ਜਿਹੜਾ ਤੁਸੀਂ ਕਹਿ ਰਹੇ ਹੋ ਤੇਰਾ ਚਿਹਰਾ ਜਿਹਾ ਬੜਾ ਉਤਰਿਆ ਹੋਇਆ, ਮਹਾਰਾਜ ਅਸਲ ਦੇ ਵਿੱਚ ਨਾ ਮੈਂ ਸਾਫ਼ ਪਾਣੀ ਦੇ ਨਾਲ ਪਾਨ ਬਦਨ ਨਹਿ ਪਾਨ ਪਖਾਰੇ, ਹੱਥ ਮੂੰਹ ਨਹੀਂ ਧੋ ਕੇ ਆਇਆ। ਇਸ ਕਰਕੇ ਮਹਾਰਾਜ ਮੇਰਾ ਚਿਹਰਾ ਨਾ ਜਿਹੜਾ ਅਲਸਾਏ ਆਲਸੀ ਜਿਹਾ ਹੋਇਆ ਪਿਆ, ਜਿਵੇਂ ਆਪਾਂ ਕਹਿੰਦੇ ਸੁਸਤੀ ਜੀ ਪਈ ਹੋਵੇ, ਰੰਗ ਜਿਹਾ ਉਤਰਿਆ ਹੁੰਦਾ ਹੈ। ਮਹਾਰਾਜ ਹੋਰ ਕੋਈ ਗੱਲ ਨਹੀਂ, ਮੈਂ ਅਸਲ 'ਚ ਹੱਥ ਮੂੰਹ ਨਹੀਂ ਧੋਤੇ ਤੇ ਮੈਨੂੰ ਆਲਸ ਪਿਆ ਹੋਇਆ ਹੈ। ਸਿਮਰਨ ਤੂਰਨ ਰਾਵਰ ਕੋ ਲਖ ਉਟ ਗਮਨਿਓ, ਇਤ ਸਹਜ ਸੁਭਾਏ। ਮਹਾਰਾਜ ਜਿਵੇਂ ਹੀ ਤੁਸੀਂ ਯਾਦ ਕੀਤਾ, ਮੈਂ ਤੁਹਾਡਾ ਹੁਕਮ ਜਾਣ ਕੇ ਗਮਨਿਓ, ਉਸੇ ਵੇਲੇ ਸਹਿਜ ਸੁਭਾਅ ਉੱਠ ਕੇ ਤੁਰ ਪਿਆ ਹਾਂ। ਸਤਿਗੁਰ ਕਹਿਓ ਬਾਜ ਉੱਡ ਪਹੁੰਚਿਓ, ਤੋਹੇ ਗ੍ਰਾਮ ਮੈਂ ਲਿਓ ਦੁਰਾਏ। ਹਜ਼ੂਰ ਪਾਤਸ਼ਾਹ ਜਿਸ ਕਾਰਜ ਵਾਸਤੇ ਸੱਦਿਆ ਸੀ ਉਹ ਬਚਨ ਸ਼ੁਰੂ ਕੀਤਾ। ਸਭ ਕਹਿੰਦੇ ਚਲੋ ਕੋਈ ਗੱਲ ਨਹੀਂ, ਤੂੰ ਜਲਦੀ ਵਿੱਚ ਆਇਆ, ਕਿਉਂ ਆਇਆ, ਕੀ ਕਾਰਨ ਬਣਿਆ, ਕਿਉਂ ਨਹੀਂ ਵਸਤਰ ਪਹਿਨੇ, ਤੂੰ ਆਪਣੀ ਸਫਾਈ ਦੇ ਦਿੱਤੀ ਹੈ, ਪਰ ਪੈਂਦੇ ਖਾਂ ਅਸੀਂ ਤੈਨੂੰ ਕਿਸੇ ਵਿਸ਼ੇਸ਼ ਗੱਲ ਵਾਸਤੇ, ਕਾਰਜ ਵਾਸਤੇ ਅੱਜ ਸੱਦਿਆ। ਉਹ ਗੱਲ ਇਹ ਹੈ ਕਿ ਸਾਡਾ ਸੋਹਣਾ ਚਿੱਟਾ ਬਾਜ ਜਿਹੜਾ ਸੀ ਉਹ ਉੱਡਿਆ ਤੇ ਉੱਡ ਕੇ ਤੇਰੇ ਨਗਰ ਦੇ ਵਿੱਚ ਜਾਣਾ ਕੀਤਾ ਹੈ। ਮੇਰ ਸ਼ਿਕਾਰ ਕਹੇ ਹਮ ਹੀਰਤ ਰਹਿਓ ਤਹਾਂ ਨ ਗਇਓ ਅਗਵਾਏ। ਤੇ ਮਹਾਰਾਜ ਕਹਿੰਦੇ ਤੇਰੇ ਨਗਰ ਵਿੱਚ ਗਿਆ ਹੈ ਤੇ ਉਹ ਪਰਤ ਕੇ ਮਿਲਿਆ ਨਹੀਂ ਹੈ। ਤੇ ਸਾਡਾ ਜਿਹੜਾ ਮੀਰ ਸ਼ਿਕਾਰ ਹੈ, ਮੀਰ ਜਿਹੜਾ ਹੈ ਸ਼ਿਕਾਰ ਕਰਨ ਵਾਲਾ, ਉਹ ਕਹਿੰਦਾ ਵੀ ਅਸੀਂ ਮਗਰ ਤੱਕ ਗਏ ਆ ਤੇ ਅਸੀਂ ਚੰਗੀ ਤਰ੍ਹਾਂ ਬਾਜ ਨੂੰ ਦੇਖਿਆ, ਉਹ ਤੇਰੇ ਨਗਰ ਤੱਕ ਗਿਆ, ਉਸ ਤੋਂ ਅੱਗੇ ਉੱਡ ਕੇ ਉਹ ਕਿਸੇ ਪਾਸੇ ਨੂੰ ਨਹੀਂ ਗਿਆ ਹੈ। ਪੈਂਦੇ ਕਹਿਓ ਹੁਤੋ ਮੈਂ ਸਾਮਲ ਆਈ, ਖੋਜਤ ਮੀਰ ਸ਼ਿਕਾਰ। ਤੇ ਗੱਲ ਦੇ ਵਿੱਚ ਹਾਂ ਮਿਲਾਉਂਦਿਆ, ਹਾਂ ਹਾਂ ਮਹਾਰਾਜ ਬਿਲਕੁਲ ਬਿਲਕੁਲ ਸਹੀ ਗੱਲ ਹੈ, ਉਹ ਬਾਜ ਆਇਆ ਸੀ ਇੱਧਰ ਨੂੰ, ਤੁਹਾਡਾ ਮੀਰ ਬਿਲਕੁਲ ਸਹੀ ਬੋਲਦਾ, ਪਰ ਮਹਾਰਾਜ ਜੀ ਮੈਂ ਨਾ ਜਿਹੜੀ ਉਹ ਖੋਜ ਕਰਨ ਆਏ ਸੀ ਪਿੰਡ ਦੇ ਵਿੱਚ, ਹੁਤੋਂ ਮੈਂ ਸ਼ਾਮਲ, ਮਹਾਰਾਜ ਮੈਂ ਤੇ ਆਪ ਉਹਨਾਂ ਦੇ ਨਾਲ ਲੱਭਦਾ ਰਿਹਾ, ਮੈਂ ਤੇ ਸਾਰਾ ਪਿੰਡ ਫਰੋਲ ਮਾਰਿਆ, ਅਸੀਂ ਤੇ ਘਰ ਘਰ ਦੇ ਵਿੱਚ ਜਾ ਕੇ ਇੱਥੋਂ ਤੱਕ ਜਿਹੜੇ ਇਸਤਰੀਆਂ ਦੇ ਜਿੱਥੇ ਉਹ ਪਰਦੇ ਵਿੱਚ ਰਹਿੰਦੀਆਂ ਨੇ, ਉਹ ਪਰਦਿਆਂ ਵਾਲੇ ਥਾਂ ਜਿੱਥੇ ਕੋਈ ਮਰਦ ਨੂੰ ਜਾਣ ਦਾ ਹੁਕਮ ਨਹੀਂ ਹੁੰਦਾ, ਅਸੀਂ ਉੱਥੋਂ ਤੱਕ ਜਾ ਕੇ ਲੋਕਾਂ ਦੇ ਘਰ ਫਰੋਲ ਦਿੱਤੇ, ਪਰ ਮਹਾਰਾਜ ਬਾਜ ਨਹੀਂ ਮਿਲਿਆ ਹੈ। ਤਬ ਡਿੰਡਮ ਕੈ ਗ੍ਰਾਮ ਦਿਵਾਇਓ, ਲਈ ਸਤਰ ਲੋ ਸਭ ਕੀ ਸਾਰ। ਤੇ ਮਹਾਰਾਜ ਮੈਂ ਤੇ ਨਗਰ 'ਚ ਟੰਡੋਰਾ ਵੀ ਪਿਟਵਾਇਆ ਸੀ, ਘਰ ਘਰ ਦੀਆਂ ਤਲਾਸ਼ੀਆਂ ਵੀ ਲਈਆਂ, ਹਰ ਇਸਤਰੀ ਪੁਰਖ ਦਾ ਜਿਹੜਾ ਕੋਈ ਨਿੱਜੀ ਆਵਾਜ਼ ਸੀ ਉੱਥੇ ਜਾ ਕੇ ਵੀ ਤਲਾਸ਼ੀ ਲਈ, ਪਰ ਮਹਾਰਾਜ ਬਾਜ ਨਹੀਂ ਮਿਲਿਆ ਹੈ। ਨਿਕਸੋ ਨਹੀਂ ਕਹਾਂ ਬਸ ਮੇਰੋ, ਗਇਓ ਕਹੂੰ ਉੱਡ ਨਹੀਂ ਨਿਹਾਰ। ਤੇ ਮਹਾਰਾਜ ਹੁਣ ਨਿਕਸਿਓ ਨਹੀਂ, ਬਾਜ ਨਿਕਲਿਆ ਹੀ ਨਹੀਂ ਸਾਰੇ ਪਿੰਡ 'ਚੋਂ, ਅਸੀਂ ਤਾਂ ਤਲਾਸ਼ੀ ਲੈ ਲਈ, ਕਹਾਂ ਬਸ ਮੇਰੋ,
ਮਹਾਰਾਜ ਹੁਣ ਮੇਰਾ ਇਹਦੇ ਵਿੱਚ ਦੱਸੋ ਕੀ ਕਸੂਰ ਹੈ, ਕਿਉਂਕਿ ਤੁਸੀਂ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਉਲਾਮਾ ਦੇਣ ਲੱਗੇ ਹੋਏ ਹੋ। ਮਹਾਰਾਜ ਜਹਾਂ ਕਹਾਂ ਇੱਧਰ ਉੱਧਰ ਕਿਤੇ ਚਲਾ ਗਿਆ ਹੋਵੇਗਾ, ਪਰ ਅਸੀਂ ਤੇ ਸਾਰੀ ਖੋਜ ਕਰ ਲਈ ਹੈ। ਲਿਪਤੇ ਬਾਜ ਸੁਆਨ ਅਰ ਨਾਉ ਜ਼ਾਹਿਰ ਅਹ ਕਰੈ ਨਹਿ ਕਾਰ। ਬਾਕੀ ਮਹਾਰਾਜ ਤੁਸੀਂ ਆਪ ਸਿਆਣੇ ਜਾਣਦੇ ਹੋ ਇਸ ਗੱਲ ਨੂੰ ਕਿ ਜਦੋਂ ਇਹ ਤਿੰਨ ਰੱਜੇ ਹੁੰਦੇ ਨੇ ਨਾ, ਬਾਜ ਸਵਾਨ ਅਰ ਨਾਊ, ਭਾਵ ਇੱਕ ਬਾਜ, ਇੱਕ ਕੁੱਤਾ ਅਤੇ ਇੱਕ ਨਾਈ, ਕਹਿੰਦਾ ਮਹਾਰਾਜ ਜਦੋਂ ਇਹ ਰੱਜੇ ਹੁੰਦੇ ਨੇ ਇਹ ਫਿਰ ਕੋਈ ਕੰਮ ਨਹੀਂ ਕਰਦੇ ਹਨ। ਗਇਓ ਦੂਰ ਉਡ ਬੂਝੇ ਬਹੁ ਨਰ ਨਹੀਂ ਖੋਜ ਪਾਇਓ ਕਿਸ ਥਾਨ। ਮਹਾਰਾਜ ਉਹ ਕਿਸੇ ਦੂਰ ਥਾਂ ਤੇ ਉੱਡ ਗਿਆ ਹੋਣਾ, ਅਸੀਂ ਬਹੁਤ ਖੋਜਿਆ, ਤੁਹਾਡੇ ਸਿੱਖਾਂ ਨੇ ਵੀ ਖੋਜਿਆ, ਪਰ ਮਹਾਰਾਜ ਖੋਜ ਪਾਇਓ ਕਿਸ ਥਾਨ, ਹੁਣ ਕਿੱਥੋਂ ਲੱਭੀਏ, ਨਹੀਂ ਖੋਜ ਪਾਇਓ, ਅਸੀਂ ਨਹੀਂ ਖੋਜ ਸਕੇ, ਅਸੀਂ ਬੜਾ ਲੱਭਣਾ ਕੀਤਾ ਹੈ। ਬੀਚ ਗ੍ਰਾਮ ਕੇ ਬਾਜ ਨ ਲੋਪਿਓ ਤੁਮ ਟਿਗ ਕੀਨਸ ਕਰੂਰ ਬਖਾਂ। ਤੇ ਬਾਕੀ ਮਹਾਰਾਜ ਜੀ ਜੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੇਰੇ ਨਗਰ ਦੇ ਵਿੱਚ ਬਾਜ ਹੈ, ਬੀਚ ਗ੍ਰਾਮ ਬਾਜ ਨਾ ਲੋਪਿਓ, ਮਹਾਰਾਜ ਮੇਰੇ ਪਿੰਡ ਵਿੱਚ ਬਾਜ ਨਹੀਂ ਕਿਤੇ ਲੁਕਿਆ, ਇਸ ਗੱਲ ਦੀ ਮੈਂ ਗਰੰਟੀ ਲੈਣਾ। ਤੇ ਤੁਹਾਡੇ ਕੋਲ ਕਿਸੇ ਨੇ ਝੂਠ ਕਿਹਾ ਹੈ ਆ ਕੇ ਕਿ ਜਿਹੜਾ ਬਾਜ ਹੈ ਉਹ ਪੈਂਦੇ ਖਾਂ ਦੇ ਨਗਰ ਵਿੱਚ ਹੀ ਕਿਸੇ ਨੇ ਆਪਣੇ ਘਰ ਲੁਕੋਇਆ ਹੋਇਆ ਹੈ। ਤਹ ਜੇ ਹੁਤੋ ਸਦਨ ਹੈ ਤੁਮਰੋ ਕੋ ਅਸ ਕਰੇ ਕਪਟ ਕੋ ਠਾਨ। ਤੇ ਮਹਾਰਾਜ ਜੀ ਉੱਥੇ ਬਾਜ ਹੁੰਦਾ ਤੇ ਸਾਰੇ ਘਰ ਤੁਹਾਡੇ ਹੀ ਨੇ, ਤੁਹਾਡੇ ਦਾ ਮਤਲਬ ਵੀ ਅਸੀਂ ਰਹਿੰਦੇ ਹਾਂ ਤੇ ਸਾਨੂੰ ਤੁਸੀਂ ਤਾਂ ਵਸਾਇਆ, ਤੁਸੀਂ ਘਰ ਬਣਾ ਕੇ ਦਿੱਤੇ, ਸਾਰੇ ਘਰ ਤੁਹਾਡੇ ਹੀ ਨੇ। ਤੇ ਮਹਾਰਾਜ ਅਸੀਂ ਭਲਾ ਐਸੀ ਗੁਸਤਾਖੀ ਕਿਉਂ ਕਰਾਂਗੇ, ਕਿਉਂ ਅਸੀਂ ਆਪਣੇ ਆਪ ਨੂੰ ਦੁੱਖਾਂ ਵਿੱਚ ਪਾਵਾਂਗੇ, ਜਾਂ ਕਿਉਂ ਅਸੀਂ ਪਾਪਾਂ ਦੇ ਭਾਗੀ ਬਣਾਂਗੇ ਕਿ ਅਸੀਂ ਤੁਹਾਡਾ ਬਾਜ ਆਪਣੇ ਘਰ ਲੁਕੋ ਕੇ ਰੱਖ ਲਵਾਂਗੇ। ਗਇਓ ਵਿਪਨ ਕਿਸ ਕਿਉ ਅਬ ਪ੍ਰਾਪਤ ਬਾਜ ਸੁਪੈਦ ਸੁਬੇਗ ਮਹਾਨ। ਤੇ ਮਹਾਰਾਜ ਜੀ ਗਇਓ ਵਿਪਨ, ਵਿਪਨ ਦਾ ਅਰਥ ਹੁੰਦਾ ਬਣ ਦੇ ਵਿੱਚ, ਮਹਾਰਾਜ ਉਹ ਕਿਸੇ ਜੰਗਲ ਦੇ ਵਿੱਚ ਉੱਡ ਗਿਆ ਹੋਣਾ ਦੁਬਾਰਾ, ਕਿਉਂ ਅਬ ਪ੍ਰਾਪਤ, ਤੇ ਮਹਾਰਾਜ ਹੁਣ ਬਾਜ ਲੱਭਣਾ ਥੋੜੀ ਜਿਹੜਾ ਕਿਤੇ ਦੂਰ ਕਿਸੇ ਜੰਗਲ 'ਚ ਉੱਡ ਗਿਆ। ਬਾਕੀ ਬਾਜ ਸੁਪੈਦ ਉਹ ਚਿੱਟਾ ਬਾਜ ਹੈ ਤੇ ਬੜੀ ਤੇਜ਼ ਰਫ਼ਤਾਰ ਦੇ ਨਾਲ ਉੱਡਣ ਵਾਲਾ ਹੈ। ਉਨ ਸਤਿਗੁਰ ਕੁਛ ਨਿਠੁਰ ਗਿਰਾ ਜੁਤ ਸਮਝਾਵਤ ਹਿਤ ਕੀ ਤੇ ਬਾਤ। ਹਜੂਰ ਪਾਤਸ਼ਾਹ ਨਿਠੁਰ ਗਿਰਾ, ਥੋੜਾ ਜਿਹਾ ਜਿਵੇਂ ਆਪਾਂ ਕਹਿ ਲਈਏ ਵੀਰ ਰਸ ਦੇ ਵਿੱਚ ਆ ਕੇ ਥੋੜਾ ਜਿਹਾ ਝਿੜਕਦਿਆਂ ਹੋਇਆ, ਪਹਿਲਾਂ ਇਹਨੂੰ ਪਿਆਰ ਨਾਲ ਪੁੱਛਿਆ ਵੀ ਤੇਰੇ ਪਿੰਡ 'ਚ ਬਾਜ ਗਿਆ, ਇਹ ਬਿਲਕੁਲ ਇਹਨੇ ਪੈਰੀ ਪਾਣੀ ਨਾ ਪੈਣ ਦਿੱਤਾ। ਹੁਣ ਹਜੂਰ ਪਾਤਸ਼ਾਹ ਥੋੜਾ ਜਿਵੇਂ ਆਪਾਂ ਕਹਿੰਦੇ ਦਾਬਾ ਜਿਹਾ ਮਾਰ ਕੇ, ਇਹਨੂੰ ਪਾਤਸ਼ਾਹ ਥੋੜਾ ਦਾਬਾ ਮਾਰ ਕੇ ਕਹਿਣ ਲੱਗੇ ਹਨ, ਕਰ ਵਿਚਾਰ ਕੋ ਸਾਚ ਉਚਾਰੋ ਗੁਣ ਅਪਰਾਧ ਛਿਮਾ ਤੇ ਸ਼ਾਂਤ। ਸਭ ਕਹਿੰਦੇ ਦੇਖ ਕਰ ਵਿਚਾਰ ਔਰ ਸਾਚ, ਭਾਵ ਕਿ ਤੂੰ ਆਪਣੇ ਘਰੇ ਆਪਣੇ ਸਾਰੇ ਜੀਆਂ ਨਾਲ ਵਿਚਾਰ ਕਰ ਲਾ ਤੇ ਸੱਚ ਦੱਸ, ਝੂਠ ਨਾ ਬੋਲ, ਆਪਣੇ ਹਿਰਦੇ ਨਾਲ ਵੀ ਵਿਚਾਰ ਕਰ ਲਾ। ਇਹਦੇ ਨਾਲ ਕੀ ਹੋਏਗਾ, ਬਿਬਿਧ ਬਿਦਨ ਕੋ ਛਲ ਕਰ ਘਾਤ, ਤੇਰੇ ਇਹਦੇ ਨਾਲ ਕੀ ਹੋਏਗਾ, ਗੁਣ ਅਪਰਾਧ ਛਿਮਾ ਤੇ ਸ਼ਾਂਤ, ਤੇਰਾ ਗੁਣ ਜਿਹੜਾ ਅਪਰਾਧ ਜਿਹੜਾ ਉਹ ਸ਼ਾਂਤ ਹੋ ਜਾਏਗਾ, ਭਾਵ ਅਸੀਂ ਤੈਨੂੰ ਛੱਡ ਦੇਣਾ ਕਰਾਂਗੇ, ਤੈਨੂੰ ਖਿਮਾ ਕਰ ਦੇਣਾ ਕਰਾਂਗੇ। ਲਿਹੋ ਸਦਨ ਸੁਧ ਬੁੱਧ ਤੇ ਸਿੱਧ ਕਰ ਵਿਬਦ ਵਿਦਨ ਕੇ ਛਲ ਕਰ ਘਾਤ। ਤੇ ਮਹਾਰਾਜ ਕਹਿੰਦੇ ਆਪਣੇ ਘਰਦਿਆਂ ਨਾਲ ਹੋ ਸਕਦਾ ਤੂੰ ਨਾ ਲੁਕੋਇਆ ਹੋਵੇ, ਕਿਸੇ ਦੂਜੇ ਨੇ ਲੁਕੋਇਆ ਹੋਵੇ, ਤੈਨੂੰ ਨਾ ਖਬਰ ਹੋਵੇ, ਭਾਵ ਪਾਤਸ਼ਾਹ ਨੂੰ ਮੌਕਾ ਦੇ ਕੇ ਕਹਿ ਰਹੇ ਨੇ ਕਿ ਤੂੰ ਫਿਰ ਵੀ ਇੱਕ ਵਾਰ ਚੰਗੀ ਤਰ੍ਹਾਂ ਵਿਚਾਰ ਕਰ ਲਾ, ਬਾਜ ਤੇਰੇ ਹੀ ਪਿੰਡ ਜਾਂ ਤੇਰੇ ਹੀ ਘਰ ਦੇ ਵਿੱਚ ਹੈ। ਜੇ ਉਰ ਲਖੋ ਭਾਕ ਦਿਓ ਸਭ ਮੈਂ ਬਹੁਰ ਨਾ ਦੋਸਤ ਰਹਿ ਤੁਮ ਗਾਤ। ਤੇ ਜੇ ਇਸ ਗੱਲ ਨੂੰ ਤੂੰ ਆਪਣੇ ਹਿਰਦੇ 'ਚ ਜਾਣਦਾ ਹੈ ਵੀ ਬਾਜ ਕਿੱਥੇ ਹੈ ਜਾਂ ਕਿਹਦੇ ਕੋਲ ਹੈ, ਤੇ ਭਾਖ ਦੇਹੋ ਤੂੰ ਦੱਸ ਦੇਣਾ ਕਰ, ਤੈਨੂੰ ਡਰ ਕਾਹਦਾ ਹੈ। ਤੇ ਜੇ ਤੂੰ ਸੱਚ ਦੱਸ ਦੇਵੇਂਗਾ ਤਾਂ ਹਜੂਰ ਕਹਿੰਦੇ ਬਹੁਰ ਨਾ ਦੋਸ਼ ਰਹਿ ਤੁਮ ਗਾਤ, ਪੈਂਦੇ ਖਾਂ ਫਿਰ ਤੇਰੇ ਤੇ ਕੋਈ ਦੋਸ਼ ਨਹੀਂ ਆਏਗਾ। ਜੇ ਕਿਸੇ ਹੋਰ ਦੇ ਕੋਲ ਹੈ ਤੂੰ ਦੱਸ ਦੇਣਾ ਕਰ, ਤੇਰੇ ਸਿਰ ਤੇ ਦੋਸ਼ ਨਹੀਂ ਆਏਗਾ, ਬਾਜ ਜਿਹਦੇ ਕੋਲ ਹੋਏਗਾ ਫਿਰ ਉਹ ਦੋਸ਼ੀ ਰਹੇਗਾ। ਤੇ ਜੇ ਤੂੰ ਪਰਦਾ ਪਾ ਕੇ ਰੱਖੇਂਗਾ ਫਿਰ ਤੂੰ ਗੁਨਾਹਗਾਰ ਬਣੇਗਾ। ਸੁਨ ਮੂਰਖ ਕੁਛ ਸਹਿਤ ਬਕੜਤਾ ਕਹਿਤ ਨਾ ਹਮ ਹੇਰਿਓ ਕਿਤਨੈਨ। ਤੇ ਮੂਰਖ ਜਿਹੜਾ ਸੀ ਨਾ ਉਹ ਸੁਣ ਕਰਕੇ ਫਿਰ ਥੋੜਾ ਜਿਹਾ ਟੇਢੇ ਮਨ ਦੇ ਨਾਲ, ਟੇਢੇਪਣ ਦੇ ਨਾਲ ਕਹਿੰਦਾ, ਮਹਾਰਾਜ ਨਾ ਮੈਂ ਤੁਹਾਡਾ ਬਾਜ ਵੇਖਿਆ ਤੇ ਨਾ ਮੈਨੂੰ ਪਤਾ ਕਿਹਦੇ ਘਰ ਦੇ ਵਿੱਚ ਹੈ। ਕਹੇ ਕਿਸੂ ਕੇ ਦੋਸ ਯਰੋਪੋ ਤਿਸ ਪਰ ਕਿਸ ਕੋ ਕਿਮ ਬਸ ਹੈ ਨਾ। ਤੇ ਮਹਾਰਾਜ ਕਮਾਲ ਹੋ ਗਈ ਤੁਹਾਡੇ ਵਾਲੀ, ਮੈਂ ਕੋਈ ਅੱਜ ਦਾ ਥੋੜੀ ਤੁਹਾਡੇ ਕੋਲ ਰਹਿਣਾ ਮਹਾਰਾਜ, ਕਿੰਨੇ ਸਾਲਾਂ ਦਾ ਰਹਿਣਾ, ਤੇ ਤੁਸੀਂ ਵੀ ਕਮਾਲ ਕਰਤੀ। ਕਿਸੇ ਨੇ ਕਹਿਤਾ ਵੀ ਬਾਜ ਪੈਂਦੇ ਖਾਂ ਦੇ ਘਰ ਹੈ, ਤੁਸੀਂ ਯਕੀਨ ਕਰ ਲਿਆ। ਮਹਾਰਾਜ ਕਿਸੇ ਦੇ ਕਹਿਣ ਤੇ ਤੁਸੀਂ ਮੇਰੇ ਸਿਰ ਦੇ ਉੱਤੇ ਐਡਾ ਵੱਡਾ ਚੋਰੀ ਦਾ ਇਲਜ਼ਾਮ ਲਾਤਾ। ਮਹਾਰਾਜ ਇਹ ਗੱਲ ਮੈਨੂੰ ਫੱਬਦੀ ਨਹੀਂ, ਨਾ ਮੈਂ ਬਾਜ ਵੇਖਿਆ ਤੇ ਨਾ ਮੈਨੂੰ ਬਾਜ ਦਾ ਕੁਝ ਪਤਾ ਹੈ। ਵਸਤ ਆਪ ਕੀ ਕਰੇ ਦੁਰਾਵਨ ਉਚਿਤ ਨਾ ਹਮਕੋ ਹੋਏ ਦੁਖ ਦੈਨ। ਤੇ ਮਹਾਰਾਜ ਮੈਂ ਭਲਾ ਤੁਹਾਡੀ ਵਸਤੂ ਚੁਰਾਵਾਂ,
ਉਚਿਤ ਨਾ ਹਮਕੋ। ਜਿਵੇਂ ਇਸ ਤਰ੍ਹਾਂ ਦਾ ਚੋਰ ਬੰਦਾ ਕਹਿੰਦਾ ਨਾ ਜੀ ਨਾ, ਸਾਨੂੰ ਤਾਂ ਐਸੀ ਗੱਲ ਫੱਬਦੀ ਨਹੀਂ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਇਹ ਗੱਲ। ਮਹਾਰਾਜ ਮੈਂ ਭਲਾ ਤੁਹਾਡੀ ਚੀਜ਼ ਲੁਕੋ ਕੇ ਰੱਖਾਂਗਾ, ਮੈਂ ਚੋਰੀ ਕਰਾਂਗਾ, ਤੁਹਾਡੇ ਘਰ ਦੀ ਚੋਰੀ ਕਰਾਂਗਾ? ਮਹਾਰਾਜ ਮੈਨੂੰ ਤਾਂ ਇਹ ਗੱਲ ਸੁਣ ਕੇ ਵੀ ਸ਼ਰਮ ਆਉਂਦੀ ਹੈ, ਇਹ ਮੈਨੂੰ ਸ਼ੋਭਾ ਨਹੀਂ ਦੇਵੇਗੀ ਇਹ ਗੱਲ, ਤੇ ਨਾ ਮੈਂ ਇਸ ਦੁੱਖ ਦੇ ਵਿੱਚ ਪੈਣਾ ਕਰਾਂਗਾ। ਗਇਓ ਅਪਰ ਤਲ ਉੱਡ ਕਰ ਪੰਖੇ, ਤਰਾਸਤ ਮੀਰ ਵਿਕਾਰ ਕਹਿ ਨਾ। ਤੇ ਮਹਾਰਾਜ ਉੱਡ ਕੇ ਪੰਛੀ ਹੈ, ਉੱਡ ਗਿਆ ਹੋਣਾ ਕਿਸੇ ਪਾਸੇ, ਤੇ ਤੁਹਾਡਾ ਮੀਰ ਜਿਹੜਾ ਨਾ ਇਹ ਡਰਦਾ ਹੁਣ ਤੁਹਾਡੇ ਤੋਂ, ਕਿਉਂਕਿ ਇਹਦੀ ਗਲਤੀ ਨਾਲ ਬਾਜ ਹੱਥੋਂ ਨਿਕਲ ਗਿਆ। ਇਹ ਹੁਣ ਡਰਦਾ ਹੋਇਆ ਸਚਾਈ ਨਹੀਂ ਦੱਸਦਾ ਤੇ ਕਿਸੇ ਦੂਜੇ ਦੇ ਸਿਰ ਦੇ ਉੱਤੇ ਇਲਜ਼ਾਮ ਲਾ ਰਿਹਾ ਹੈ। ਕਾਰਨ ਕੂਰਾ ਕਰਨ ਨੀਕ ਵਿਦ, ਤ੍ਰੇਤੀ ਬੇਰ ਸਤਿਗੁਰੂ ਕਹੰਤ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਸਮਝ ਲਿਆ ਨਾ ਕਿ ਝੂਠ ਬੋਲਦਾ, 2 ਮੌਕੇ ਨੂੰ ਦੇ ਦਿੱਤੇ ਸੀ, ਹੁਣ ਤ੍ਰਿਤੀ ਵੇਰ ਸਤਿਗੁਰੂ ਕਹੰਤ। ਹਜੂਰ ਪਾਤਸ਼ਾਹ ਫਿਰ ਤੀਜੀ ਵਾਰ ਇਹਨੂੰ ਅਖੀਰਲਾ ਮੌਕਾ ਦੇ ਕੇ ਕਹਿਣ ਲੱਗੇ, ਸਮਝ ਸਮਤ ਕੋ ਕਪਟ ਤਿਆਗ ਚਿਤ, ਸਾਚੀ ਬਾਤ ਕਹੋ ਹਿਤਬੰਤ। ਸਾਹਿਬ ਕਹਿੰਦੇ ਵੀ ਦੇਖ ਪੈਂਦੇ ਖਾਂ, ਇਹ ਕਪਟ ਜਿਹੜਾ ਨਾ ਛਲ ਜਿਹੜਾ ਇਹਨੂੰ ਤਿਆਗ ਦੇਹੋ, ਇਹਨੂੰ ਆਪਣੇ ਹਿਰਦੇ ਚੋਂ ਕੱਢ ਦੇ, ਤੇ ਜਿਹੜੀ ਸਚਾਈ ਹੈ ਉਹ ਤੈਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ, ਪਰ ਤੂੰ ਆਪਣੀ ਜ਼ੁਬਾਨ ਤੋਂ ਸਚਾਈ ਜਿਹੜੀ ਉਹ ਦੱਸ ਦੇਣੀ ਕਰ। ਇਹਨੂੰ ਤੀਜੀ ਵਾਰ ਝੂਠਾ ਕਰਦੇ ਪਏ ਨੇ, ਕਿਉਂਕਿ ਕੱਲ ਨੂੰ ਕੋਈ ਇਹ ਨਾ ਕਵੇ ਸਤਿਗੁਰੂ ਨੇ ਉਹਨੂੰ ਚੰਗੀ ਤਰ੍ਹਾਂ ਪੁੱਛਿਆ ਹੀ ਨਹੀਂ ਸੀ, ਚੰਗੀ ਤਰ੍ਹਾਂ ਉਹਦੇ ਨਾਲ ਬਹਿ ਕੇ ਗੱਲ ਕਰਦੇ, ਹੋ ਸਕਦਾ ਸੀ ਉਹ ਮੋੜ ਹੀ ਦਿੰਦਾ, ਕਿਉਂਕਿ ਸਾਡੇ ਵਰਗੇ ਗੱਲਾਂ ਬਹੁਤ ਕਰ ਜਾਂਦੇ ਨੇ ਬਾਅਦ ਵਿੱਚ। ਇਸ ਲਈ ਸਾਹਿਬ ਤੀਜੀ ਵਾਰ ਇਹਨੂੰ ਕਹਿੰਦੇ ਪਏ ਨੇ ਕਿ ਪੈਂਦੇ ਖਾਂ ਝੂਠ ਨਾ ਬੋਲ, ਬਾਜ ਦੱਸ ਦੇਣਾ ਕਰ, ਦੇ ਦੇਣਾ ਕਰ। ਵੇਖਿਓ ਬਾਜ ਤੋ ਕਰੋ ਬਤਾਵਨ, ਰਹਿਓ ਗ੍ਰਾਮ ਮੈਂ ਸਕਲ ਅਨੰਤ। ਕਿ ਦੇਖ ਜੇ ਤੂੰ ਬਾਜ ਵੇਖਿਆ ਤੇ ਤੂੰ ਦੱਸ ਦੇਣਾ ਕਰ, ਜੇ ਤੈਨੂੰ ਪਤਾ ਹੈ ਵੀ ਕਿਸੇ ਦੇ ਕੋਲ ਹੈ ਤੂੰ ਤਾਂ ਵੀ ਦੱਸ ਦੇਣਾ ਕਰ। ਦੇਖ ਪੈਂਦੇ ਖਾਂ ਉਸ ਨਗਰ ਦੇ ਵਿੱਚ ਤੁਹਾਡੇ ਹੀ ਘਰ ਨੇ, ਉਸ ਤੋਂ ਬਿਨਾਂ ਤੇ ਕੋਈ ਘਰ ਨਹੀਂ ਹੈ, ਕੋਈ ਬਾਹਰ ਦੇ ਧਰਮ ਦਾ, ਕੋਈ ਹੋਰ ਜਾਤ ਦਾ, ਜਾਂ ਤੁਹਾਡੀ ਰਿਸ਼ਤੇਦਾਰੀਆਂ ਤੋਂ ਬਾਹਰ ਦਾ ਕੋਈ ਵੀ ਨਹੀਂ ਉੱਥੇ ਰਹਿੰਦਾ, ਤੇ ਘਰ ਵੀ ਬਿਲਕੁਲ ਸਵਾਏ ਜਿਹਨੇ, ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਇਸ ਕਰਕੇ ਸਾਰਾ ਕੁਝ ਤੁਹਾਨੂੰ ਪਤਾ ਹੈ ਤੇ ਤੂੰ ਦੱਸ ਦੇਣਾ ਕਰ। ਗੁਰ ਘਰ ਕੋ ਸੇਵਕ ਤੂੰ ਆਛੋ, ਬਾਛੋ ਪਲੋ ਨਾ ਬਨ ਛਲ ਬੰਤ। ਤੇ ਦੇਖ ਪੈਂਦੇ ਖਾਂ ਤੂੰ ਗੁਰੂ ਘਰ ਦਾ ਸੇਵਕ ਹੈ, ਕਿੰਨਾ ਲੰਬੇਰਾ ਸਮਾਂ ਤੂੰ ਸੇਵਾ ਕੀਤੀ, ਸਾਡੇ ਕੋਲ ਰਿਹਾ, ਅੱਜ ਤੂੰ ਕਿਉਂ ਆਪਣੇ ਮੱਥੇ ਦੇ ਉੱਤੇ ਕਲੰਕ ਲਵਾਉਂਦਾ ਪਿਆ? ਕਿ ਕਈ ਵਾਰ ਜ਼ਿੰਦਗੀ ਇਸ ਤਰ੍ਹਾਂ ਹੁੰਦੀ ਹੈ, ਸਾਰੀ ਜ਼ਿੰਦਗੀ ਬੰਦਾ ਸੇਵਾ ਕਰ ਲੈਂਦਾ, ਗੁਰੂ ਘਰ ਦੇ ਵਿੱਚ ਨਿਸ਼ਕਾਮ ਵੀ ਕਰ ਲੈਂਦਾ, ਜ਼ਿੰਦਗੀ ਦੇ ਅਖੀਰਲੇ ਕਦਮਾਂ ਤੇ ਆ ਕੇ, ਅਖੀਰਲੇ ਦਿਨਾਂ ਤੇ ਆ ਕੇ ਗੁਰੂ ਘਰ ਚੋਂ ਕੋਈ ਕਲੰਕ ਖੱਟ ਕੇ ਤੁਰ ਜਾਂਦਾ ਹੈ। ਹਜੂਰ ਪਾਤਸ਼ਾਹ ਕਹਿੰਦੇ ਕਿਉਂ ਇੰਜ ਕਰਦਾ ਪਿਆ? ਇਹਦੇ ਨਾਲ ਤੇਰਾ ਭਲਾ ਹੋਵੇਗਾ, ਸੱਚ ਦੱਸ ਦੇ, ਲੋਕ ਪਰਲੋਕ ਵਿੱਚ ਮੁਖ ਉਜਲਾ ਹੋਵੇਗਾ। ਨਿਮਕ ਹਰਾਮੇ ਸੁਨ ਕੈ ਰਿਸ਼ਤਰ, ਬਦਨ ਬਿਲੋਚਨ ਕੀਨਸ ਲਾਲ। ਤੇ ਹੁਣ ਨਮਕ ਹਰਾਮੀ ਹੋ ਗਿਆ। ਇਹ ਸੁਣ ਕੇ ਨਾ ਜਦੋਂ ਸਾਹਿਬ ਜੀ ਨੇ ਕਿਹਾ ਵੀ ਦੱਸ ਦੇ ਕੀ ਜਾਂਦਾ ਤੇਰਾ, ਕਿਉਂ ਆਪਣੀ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਦੇ ਉੱਤੇ ਪਾਣੀ ਫੇਰਦਾ ਪਿਆ, ਕਿੰਨਾ ਸਮਾਂ ਇਮਾਨਦਾਰੀ ਨਾਲ ਤੂੰ ਸਾਡੇ ਕੋਲ ਰਿਹਾ, ਕੋਈ ਕਲੰਕ ਨਹੀਂ ਤੇਰੇ ਜੀਵਨ 'ਚ, ਕਿਉਂ ਦਾਗ ਖੱਟਦਾ ਪਿਆ? ਹੁਣ ਅੱਗੋਂ ਗੁਰੂ ਕਾ ਵਚਨ ਮੰਨਣਾ ਤੇ ਕੀ ਸੀ? ਇਹ ਨਮਕ ਹਰਾਮੀ ਹੋ ਕੇ ਅੱਖਾਂ ਲਾਲ ਕਰਕੇ ਕ੍ਰੋਧ ਵਿੱਚ ਆ ਕੇ ਹਜੂਰ ਪਾਤਸ਼ਾਹ ਨੂੰ ਕਹਿਣ ਲੱਗਾ, ਤੋਹਮਤ ਦੇਤ ਤੂਫਾਨ ਬਕੇ ਤੇ, ਉਰ ਵਿਚਾਰ ਕਰ ਕਿਉਂ ਨਾ ਵਿਸਾਲ। ਮਹਾਰਾਜ ਕਮਾਲ ਕਰਤੀ ਤੁਸੀਂ ਵੀ, ਤੂਫਾਨ ਬਕੇ ਤੇ ਕਿਸੇ ਨੇ ਝੂਠ ਕਹਿਤਾ ਤੁਹਾਡੇ ਕੋਲ ਆ ਕੇ, ਤੇ ਮਹਾਰਾਜ ਤੁਸੀਂ ਵਿਚਾਰਿਆ ਤੱਕ ਨਹੀਂ, ਤੇ ਤੋਹਮਤ ਦੇਤ, ਮੈਨੂੰ ਐਡੀ ਵੱਡੀ ਤੋਹਮਤ ਲਾਤੀ, ਮੇਰੇ ਸਿਰ ਤੇ ਐਡਾ ਵੱਡਾ ਇਲਜ਼ਾਮ ਲਾ ਕੇ ਰੱਖ ਦਿੱਤਾ, ਤੇ ਮਹਾਰਾਜ ਤੁਸੀਂ ਮੈਨੂੰ ਇਹ ਸਾਰੇ ਸ਼ਬਦ ਜਿਹੜੇ ਉਹ ਕਹਿ ਦਿੱਤੇ ਹਨ। ਭਲੇ ਨਰਨ ਕੀ ਪਤ ਮੈਂ ਰੱਖਣਾ, ਡਾਲਤ ਹੋ ਨਹਿ ਕਰੋ ਸੰਭਾਲ। ਤੇ ਮਹਾਰਾਜ ਜੀ ਇਹ ਭਲੇ ਮਨੁੱਖਾਂ ਦੇ ਜੀਵਨ ਦੇ ਅੰਦਰ ਇਹ ਜਿਹੜੀਆਂ ਗੱਲਾਂ ਹਨ ਇਹ ਸ਼ੋਭਦੀਆਂ ਨਹੀਂ ਹਨ। ਭਲੇ ਨਰਨ ਕੀ ਪਤ ਮੈਂ ਰੱਖਣਾ, ਮਹਾਰਾਜ ਤੁਸੀਂ ਸਾਰੀ ਜ਼ਿੰਦਗੀ ਦੀ ਮੇਰੀ ਮਿਹਨਤ ਜਾਂ ਤੁਹਾਡੇ ਕੋਲ ਜੋ ਰਿਹਾ, ਮੇਰੀ ਕੋਈ ਇੱਜ਼ਤ ਨਹੀਂ ਰੱਖੀ, ਕਿਸੇ ਨੇ ਝੂਠ ਕਹਿਤਾ ਤੇ ਤੁਸੀਂ 1 ਮਿੰਟ ਵਿੱਚ ਮੇਰੇ ਤੇ ਇਲਜ਼ਾਮ ਲਾ ਦਿੱਤਾ। ਅਹੇ ਜੀਵ ਕਾ ਸਹਿ ਹੋ ਜਾਂ ਤੇ ਨਾਹੇ ਤਾ ਕੌਣ ਕਹੈ ਇਸ ਢਾਲ। ਇੰਨਾ ਕੁ ਗੁੱਸੇ ਵਿੱਚ ਆ ਗਿਆ ਜਾਂ ਇੰਨਾ ਕੁ ਨਮਕ ਹਰਾਮੀ ਹੋ ਗਿਆ। ਆ ਪੰਕਤੀ ਦੇ ਅਰਥ ਸੁਣਿਓ, ਕਹਿੰਦਾ ਅਹੇ ਜੀਵ ਕਾ ਸਹਿ ਤੋਂ ਮੈਂ ਤੇ, ਮਹਾਰਾਜ ਮੇਰੇ ਘਰ ਦੀ ਰੋਜੀ ਚੱਲਦੀ ਹੈ ਤੁਹਾਡੇ ਕੋਲੋਂ, ਕਿਉਂਕਿ ਮੈਂ ਤੁਹਾਡੀ ਫੌਜ ਵਿੱਚ ਸ਼ਾਮਲ ਹਾਂ, ਤੁਸੀਂ ਮੇਰੇ ਘਰ ਦੀ ਰੋਜੀ ਰੋਟੀ ਚਲਾਉਂਦੇ ਹੋ, ਮੈਨੂੰ ਧਨ ਦਿੰਦੇ ਹੋ, ਤਾਂ ਕਰਕੇ ਮੈਂ ਤੁਹਾਡੇ ਇਹ ਬੋਲ ਸਹਿ ਗਿਆ। ਨਹੀਂ ਮਹਾਰਾਜ ਕੋਈ ਹੋਰ ਹੁੰਦਾ ਨਾ, ਕੋਈ ਹੋਰ ਮੈਨੂੰ ਆ ਗੱਲ ਕਹਿੰਦਾ ਤੇ ਮੈਂ ਪਤਾ ਨਹੀਂ ਕੀ ਦਾ ਕੀ ਕਰਕੇ ਰੱਖ ਦੇਣਾ ਸੀ, ਕਿਉਂਕਿ ਬੜਾ ਵੱਡਾ ਸੂਰਮਾ ਹੈ,
ਬਹੁਤ ਬਲ ਹੈ ਇਹਦੇ ਸਰੀਰ ਵਿੱਚ। ਇਹ ਹੁਣ ਸਿੱਧੇ ਸ਼ਬਦਾਂ 'ਚ ਹਜੂਰ ਪਾਤਸ਼ਾਹ ਨੂੰ ਧਮਕੀ ਦੇ ਕੇ ਕਹਿੰਦਾ ਹੈ ਕਿ ਜੇ ਤੁਸੀਂ ਮੇਰੀ ਪਾਲਣਾ ਪੋਸ਼ਣਾ ਕਰਨ ਵਾਲੇ ਨਾ ਹੁੰਦੇ ਤਾਂ ਜਿਹੜੇ ਇਲਜ਼ਾਮ ਤੁਸੀਂ ਮੇਰੇ ਤੇ ਲਾ ਦਿੱਤੇ ਕੋਈ ਹੋਰ ਲਾਉਂਦਾ ਤੇ ਮੈਂ ਕਦੀ ਸਹਿਣ ਨਾ ਕਰਦਾ। ਮੰਦ ਮਤੀ ਕੋ ਹਟ ਵੱਡ ਜਾਣਿਓ ਮਤ ਵਿਪਰੀਤ ਕਰੇ ਟਿਗ ਕਾਲ। ਹਜੂਰ ਪਾਤਸ਼ਾਹ ਜੀ ਨੇ ਸਮਝ ਲਿਆ ਇਹ ਮੰਦਮਤੀ ਜਿਹੜਾ ਹੈ ਨਾ ਹੁਣ ਕਾਲ ਨੇ ਇਹਨੂੰ ਪ੍ਰੇਰਿਆ ਹੋਇਆ ਹੈ, ਹੁਣੀ ਨੇ ਇਹਨੂੰ ਪ੍ਰੇਰਿਆ, ਇਸ ਕਰਕੇ ਇਸ ਤਰ੍ਹਾਂ ਦੇ ਕਬੂਲ ਬੋਲਣ ਲੱਗ ਪਿਆ ਹੈ। ਭਾਇਓ ਪਾਪ ਰਤ ਸਮਝਤ ਨਹਿ ਚਿਤ ਬੈਠ ਰਿਓ ਕਰ ਕ੍ਰੋਧ ਵਿਸ਼ਾਲ। ਤੇ ਹੁਣ ਪਾਪ ਦੇ ਵਿੱਚ ਪਿਆ ਹੋਇਆ ਬੈਠਾ ਸਾਹਮਣੇ ਤੇ ਬਹੁਤ ਕ੍ਰੋਧ ਦੇ ਨਾਲ ਭਰਿਆ, ਤੇ ਇਸ ਤਰ੍ਹਾਂ ਹੋਣੀ ਨੇ ਪ੍ਰੇਰਿਆ ਕਿ ਸਭ ਪਤਾ ਹੈ ਕਿ ਗੁਰੂ ਜਾਨੀ ਜਾਣ ਹੈ, ਪਰ ਫਿਰ ਵੀ ਇਹਦਾ ਮਨ ਨਹੀਂ ਸਮਝਦਾ ਪਿਆ। ਨਿਕਟ ਹਕਾਰਿਓ ਕਹਿਓ ਕਾਨ ਮਹਿ ਅਬ ਤੂੰ ਚਾਲ ਸਮਾਦੋ। ਨਿਕਟ ਵਿਧि ਚੰਦ ਕੋ ਨਿਕਟ ਹਕਾਰਿਓ ਕਹਿਓ ਕਾਲ ਮੈਂ ਅਬ ਤੂੰ ਚਾਲ। ਹਜੂਰ ਪਾਤਸ਼ਾਹ ਜੀ ਨੇ ਉਸੇ ਵੇਲੇ ਭਾਈ ਵਿਧੀ ਚੰਦ ਸਾਹਿਬ ਜੀ ਨੂੰ ਕੋਲ ਸੱਦਿਆ ਤੇ ਬੜੇ ਪਿਆਰ ਦੇ ਨਾਲ ਉਹਦੇ ਕੰਨ ਦੇ ਵਿੱਚ ਹੌਲੀ ਜੀ ਆਵਾਜ਼ ਵਿੱਚ ਕਹਿਣ ਲੱਗੇ ਕਿ ਤੂੰ ਇੰਜ ਕਰ, ਤੂੰ ਹੁਣੇ ਇਹਦੇ ਘਰੇ ਜਾਣਾ ਕਰ। ਸਮਾ ਦੁਪਹਿਰੇ ਕੋ ਸਮਝਾਮਨ ਗਮਨੋ ਆਨੋ ਬਾਜ ਉਤਾਲ। ਤੂੰ ਇਹਦੇ ਘਰੇ ਜਾ ਕੇ ਨਾ ਦੁਪਹਿਰ ਦਾ ਸਮਾਂ, ਤੇ ਦੁਪਹਿਰ ਦਾ ਸਮਾਂ ਸਾਹਿਬ ਕਹਿੰਦੇ ਰਾਤ ਦੇ ਸਮੇਂ ਦੇ ਬਰਾਬਰ ਹੁੰਦਾ, ਕਿਉਂਕਿ ਜਦੋਂ ਗਰਮੀਆਂ 'ਚ ਸਿਖਰ ਦੁਪਹਿਰਾ ਲੱਗਾ ਹੋਵੇ ਨਾ, ਤੇ ਜਿਵੇਂ ਰਾਤ ਨੂੰ ਗਲੀਆਂ 'ਚ ਕੋਈ ਦਿਸਦਾ ਨਹੀਂ, ਇਹਦੇ ਸਿਖਰ ਦੁਪਹਿਰੇ ਵੀ ਗਲੀਆਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ। ਜ਼ਰੂਰ ਕਹਿੰਦੇ ਰਾਤ ਦੇ ਸਮੇਂ ਦੀ ਨਿਆਈ ਹੈ, ਤੇ ਗਮਨੋ ਆਨੋ ਬਾਜ ਉਤਾਲ, ਤੇ ਤੂੰ ਇਹਦੇ ਘਰੇ ਜਾ ਕੇ ਬਾਜ ਲੈ ਕੇ ਆਉਣਾ ਕਰ। ਬਾਜ ਇਹਦੇ ਹੀ ਘਰ ਦੇ ਵਿੱਚ ਹੈ, ਕਿਤੇ ਹੋਰ ਨਹੀਂ ਛੁਪਿਆ, ਤੂੰ ਚੁੱਪ ਕਰਕੇ ਜਾ, ਇਹਨੂੰ ਇੱਥੇ ਬੈਠਾ ਰਹਿਣ ਦੇ ਤੇ ਤੂੰ ਬਾਜ ਲੈ ਕੇ ਆਉਣਾ ਕਰ। ਸੁਨਤ ਪਿਆਨ ਵੀਰ ਤਿਰ ਸਮ ਸ੍ਰੀ ਸਤਿਗੁਰ ਪਗ ਕਮਲ ਮਨਾਏ। ਸਤਿਗੁਰੂ ਦੇ ਬਚਨ ਸੁਣ ਕੇ ਹਜੂਰ ਦੇ ਚਰਨਾਂ ਕਮਲਾਂ ਨੂੰ ਮਨਾ ਕੇ, ਜਿਵੇਂ ਤੀਰ ਨਿਕਲਦਾ ਨਾ ਕਮਾਨ ਚੋਂ ਛੂਕਦਾ, ਇੰਜ ਭਾਈ ਵਿਧੀ ਚੰਦ ਸਾਹਿਬ ਜੀ ਤੀਰ ਦੀ ਤਰ੍ਹਾਂ ਨਿਕਲ ਕੇ ਤੁਰ ਗਏ ਹਨ। ਛੋਟੇ ਮੀਰ ਗ੍ਰਾਮ ਮਹਿ ਪਹੁੰਚਿਓ ਬਦਨ ਅਛਾਦਿਓ ਬਸਨ ਬਣਾਏ। ਛੋਟੇ ਮੀਰ ਜਿਹੜਾ ਇਹ ਗ੍ਰਾਮ ਹੈ ਨਾ, ਇਹਦੇ 'ਚ ਪਹੁੰਚ ਗਏ ਤੇ ਆਪਣਾ ਚਿਹਰਾ ਜਿਹੜਾ ਸੀ ਇੱਕ ਕੱਪੜੇ ਦੇ ਨਾਲ ਭਾਈ ਵਿਧੀ ਚੰਦ ਸਾਹਿਬ ਜੀ ਨੇ ਢੱਕ ਲੈਣਾ ਕੀਤਾ। ਨਿਜ ਨਿਜ ਸਦਨ ਪ੍ਰਵੇਸ਼ ਸਗਰੇ ਸੁਪਦ ਪਰੇ ਕੋ ਬੈਠ ਰਹਾਏ। ਤੇ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਵੜੇ ਹੋਏ ਨੇ, ਕੁਝ ਦੁਪਹਿਰੇ ਸੁੱਤੇ ਪਏ ਨੇ, ਕੁਝ ਆਪੋ ਆਪਣੇ ਘਰਾਂ ਵਿੱਚ ਦਰਵਾਜ਼ੇ ਢੋ ਕੇ ਗੱਲਾਂ ਬਾਤਾਂ ਕਰਦੇ, ਗਲੀਆਂ 'ਚ ਕੋਈ ਨਹੀਂ ਹੈ। ਤੇ ਭਾਈ ਵਿਧੀ ਚੰਦ ਸਾਹਿਬ ਜੀ ਬੈਠ ਰਹਾਏ ਇਹਨਾਂ ਦੇ ਘਰ ਪ੍ਰਵੇਸ਼ ਕਰਨ ਲੱਗੇ ਹਨ। ਭਾਵੇਂ ਦਿਖਾਨ ਕੇ ਘਰ ਮੈਂ ਬਰ ਕਰ ਪਿਕਿਓ ਨ ਮਾਨੁਕ ਇਤ ਉਤ ਜਾਏ। ਭਾਈ ਵਿਧੀ ਚੰਦ ਸਾਹਿਬ ਜੀ ਪੈਂਦੇ ਖਾਨ ਦੇ ਘਰ ਪ੍ਰਵੇਸ਼ ਕਰ ਗਏ। ਇੱਧਰ ਉੱਧਰ ਨਿਗਾਹ ਮਾਰੀ ਕਿ ਕੋਈ ਵੀ ਮਨੁੱਖ ਜਿਹੜਾ ਉਹ ਜਾਗਦਾ ਨਹੀਂ ਪਿਆ, ਨਾ ਹੀ ਕੋਈ ਦਿਸਦਾ ਪਿਆ ਹੈ। ਗੁਰਤਕ ਚੁਬਾਰਾ ਸਭ ਕੇ ਅੰਤਰ ਸੁਪਤਿਓ ਤਹਾਂ ਖਾਨ ਅਸਮਾਨ। ਤੇ ਘਰ ਦੇ ਵਿੱਚ ਇੱਕ ਵੱਖਰਾ ਚੁਬਾਰਾ ਸੀਗਾ। ਭਾਈ ਵਿਧੀ ਚੰਦ ਸਾਹਿਬ ਜੀ ਉਹ ਵੀ ਘੱਟ ਦੇ ਜਾਣਨ ਵਾਲੇ ਨੇ, ਕਮਾਈ ਵਾਲੇ ਗੁਰਸਿੱਖ ਨੇ, ਸਭ ਉਹਨਾਂ ਨੂੰ ਪਤਾ। ਸਿੱਧਾ ਚੁਬਾਰੇ ਦੇ ਵੱਲ ਨੂੰ ਗਏ ਨੇ ਤੇ ਉੱਥੇ ਕੀ ਦੇਖਦੇ ਹਨ? ਬਖਸ਼ਿਸ ਗੁਰ ਕੀ ਬਾਜ ਸਹਿਤ ਤਿਸ ਆਡੇ ਪਰ ਬਿਠਾਏ ਸੁਖਮਾਨ। ਕਿ ਉਸ ਚੁਬਾਰੇ ਦੇ ਵਿੱਚ ਸੁਪਤਿਓ ਤਹਾਂ ਖਾਨ ਅਸਮਾਨ, ਪੈਂਦੇ ਖਾਨ ਦਾ ਦਮਾਦ ਜਵਾਈ ਜਿਹੜਾ ਅਸਮਾਨ ਖਾਨ ਉਹ ਸੁੱਤਾ ਪਿਆ। ਤੇ ਸੁੱਤਾ ਵੀ ਕਿਸ ਤਰ੍ਹਾਂ ਹੈ ਕਿ ਮੰਜੇ ਦੇ ਉੱਤੇ ਲੇਟਿਆ, ਤੇ ਗੁਰੂ ਕੀਆਂ ਜਿਹੜੀਆਂ ਬਖਸ਼ਿਸ਼ਾਂ, ਸੋਹਣੀ ਪੋਸ਼ਾਕ, ਸੋਹਣੀ ਦਸਤਾਰ, ਉਹ ਸਾਰਾ ਕੁਝ ਜਿਹੜਾ ਇਹਨੇ ਕਿੱਲੀ ਦੇ ਉੱਤੇ ਟੰਗਿਆ ਹੋਇਆ ਹੈ। ਪਰਿਓ ਨਿਚਿੰਤ ਨਹੀਂ ਸੁਲਤਨ ਕੀ ਆਵਤ ਜਾਤ ਬਾਈ ਮੁਖ ਪ੍ਰਾਣ। ਤੇ ਆਡੇ ਪਰ ਬਿਠਾਏ, ਜਿਹੜਾ ਬਾਜ ਹੈ ਨਾ, ਬਾਜ ਜਿਵੇਂ ਕਬੂਤਰਾਂ ਨੂੰ ਅੱਡੇ ਤੇ ਬਿਠਾਉਂਦੇ ਨੇ, ਜਿਹੜੇ ਕਬੂਤਰ ਰੱਖਦੇ ਨੇ ਤੁਹਾਨੂੰ ਪਤਾ ਹੈ, ਉਹ ਛਤਰੀ ਤੇ ਬਿਠਾਉਂਦੇ ਨੇ, ਇਸ ਤਰ੍ਹਾਂ ਬਾਜ ਨੂੰ ਵੀ ਬਾਜ ਦਾ ਇੱਕ ਅੱਡਾ ਹੁੰਦਾ, ਉਹਦੇ ਤੇ ਨੇ ਬਿਠਾਇਆ ਹੋਇਆ ਹੈ। ਤੇ ਆਪ ਮੰਜੇ ਦੇ ਉੱਤੇ ਲੰਮਾ ਪਿਆ ਤੇ ਇਹਦਾ ਮੂੰਹ ਖੁੱਲਿਆ ਹੋਇਆ, ਤੇ ਮੂੰਹ ਦੇ ਵਿੱਚੋਂ ਹਵਾ ਆਉਂਦੀ ਜਾਂਦੀ, ਭਾਵ ਮੂੰਹ ਦੇ ਰਾਹੀਂ ਉੱਚੀ ਉੱਚੀ ਸਾਹ ਲੈ ਰਿਹਾ। ਇਹਨੂੰ ਕੋਈ ਸੁੱਧ ਖਬਰ ਨਹੀਂ ਇਹ ਕਿੱਥੇ ਪਿਆ ਹੈ। ਵਿਧੀ ਚੰਦ ਟਿਕ ਜਾਏ ਪ੍ਰਵੇਸ਼ਿਓ ਪਿਕ ਸਭ ਵਸਤੂ ਆਨੰਦ ਠਾਨ। ਤੇ ਭਾਈ ਵਿਧੀ ਚੰਦ ਸਾਹਿਬ ਜੀ ਨੇ ਜਾ ਕੇ ਦੇਖਿਆ ਵੀ ਇਹ ਤਾਂ ਬਿਲਕੁਲ ਬੇਹੋਸ਼ ਸੁੱਧ ਹੋ ਕਰਕੇ ਪਿਆ, ਤੇ ਸਾਰੀਆਂ ਗੁਰੂ ਕੀਆਂ ਬਖਸ਼ਿਸ਼ਾਂ ਵਸਤੂਆਂ ਇਹਦੇ ਇਰਦ ਗਿਰਦ ਹੀ ਪਈਆਂ ਹੋਈਆਂ ਹਨ। ਧਰੇ ਕਿਲਕ ਪਰ ਵਸਤਰ ਉਤਾਰੇ ਚੀਰਾ ਬੰਦਿਓ ਹੁਤੋ ਸੋਲੀਨ। ਤੇ ਜਿਹੜੇ ਵਸਤਰ ਇਹਨੇ ਕਿੱਲੀ ਦੇ ਉੱਤੇ ਟੰਗੇ ਸੀ ਉਹ ਵੀ ਲੈ ਲਏ ਭਾਈ ਵਿਧੀ ਚੰਦ ਸਾਹਿਬ ਜੀ ਨੇ। ਫਿਰ ਇਹਨੇ ਦਸਤਾਰ ਵੀ ਲਾਹ ਕਰਕੇ ਟੰਗੀ ਹੋਈ ਸੀਗੀ, ਤੇ ਦਸਤਾਰ ਉਸੇ ਤਰ੍ਹਾਂ ਹੀ ਜਿਵੇਂ ਸਿਰ ਤੋਂ ਅੱਜ ਵੀ ਕਈ ਗੁਰਸਿੱਖ ਜਿਹੜੇ ਹਨ ਨਾ, ਵੈਸੇ ਗੁਰਸਿੱਖ ਕਹਿਣਾ ਵੀ ਔਖਾ ਲੱਗਦਾ ਹੈ, ਕਿਉਂਕਿ ਦਸਤਾਰ ਜਿਹੜੀ ਹੈ ਨਾ, ਇਹਨੂੰ ਟੋਪੀ ਦੀ ਤਰ੍ਹਾਂ ਲਾ ਕੇ ਕਈਆਂ ਦੇ ਘਰਾਂ ਵਿੱਚ ਦੇਖਿਆ ਉਹਨਾਂ ਨੇ, ਜਾਂ ਘਰ ਦੇ ਕਿਸੇ ਸ਼ੀਸ਼ੇ ਅੱਗੇ ਰੱਖੀ ਹੁੰਦੀ ਹੈ, ਜਾਂ ਫਿਰ ਕਿੱਲੀਆਂ ਤੇ ਟੰਗੀਆਂ ਹੁੰਦੀਆਂ। ਪਤਾ ਵੀ ਹੈ ਵੀ ਜਦੋਂ ਦੁਬਾਰਾ ਸਜਾਉਣੀ ਉਦੋਂ ਫਿਰ ਖੋਲ੍ਹਣੀ ਹੈ,
ਤੇ ਗੁਰੂ ਕਾ ਹੁਕਮ ਹੈ ਕਿ ਪਾਕ ਚੁਨੈ ਕਰ ਬਾਂਧਈ, ਕਿ ਦਸਤਾਰ ਜਦੋਂ ਵੀ ਸਜਾਉਣੀ ਉਦੋਂ ਕੱਲਾ ਕੱਲਾ ਲੜ ਸਜਾਓ, ਜਦੋਂ ਵੀ ਦਸਤਾਰ ਵਧਾਉਣੀ ਕੱਲਾ ਕੱਲਾ ਲੜ ਵਧਾਓ। ਪਰ ਆਦਤ ਬਣੀ ਹੋਈ ਲੋਕਾਂ ਦੀ ਕਿ ਸਿੱਧੀ ਦਸਤਾਰ ਲਾਉਣੀ, ਲਾ ਕੇ ਟੰਗ ਦੇਣੀ। ਇਸੇ ਤਰ੍ਹਾਂ ਹੀ ਇਹਨੇ ਕੀਤਾ ਤੇ ਭਾਈ ਵਿਧੀ ਚੰਦ ਸਾਹਿਬ ਜੀ ਨੇ ਦਸਤਾਰ ਵੀ ਕਿੱਲੀ ਤੋਂ ਚੱਕ ਲਈ ਹੈ। ਖੜਗ ਸਿਪਰ ਜੁਗ ਧਰੇ ਸਿਰਾਨੇ, ਤਰਛਨ ਹਾਥ ਉਠਾਵਨ ਕੀਨ। ਤੇ ਜਿਹੜੀ ਤਲਵਾਰ ਖੜਗ ਤੇ ਢਾਲ ਜਿਹੜੀ ਸੀ ਇਹਨੇ ਆਪਣੇ ਸਿਰਹਾਣੇ ਦੇ ਥੱਲੇ ਰੱਖੀ ਹੋਈ ਸੀ ਕੋਲ ਬਿਲਕੁਲ। ਭਾਈ ਵਿਧੀ ਚੰਦ ਸਾਹਿਬ ਜੀ ਨੇ ਹੌਲੀ ਜਿਹਾ ਉਹ ਵੀ ਇਹਦੇ ਸਿਰਹਾਣੇ ਵਿੱਚੋਂ ਖਿੱਚ ਲਈ ਹੈ। ਆਡੇ ਪਰਤੇ ਬਾਜ ਗਇਓ ਤਬ ਨਿਕਸਿਓ ਸਿਗਰ ਵਿਸਾਲ ਪ੍ਰਵੇਨ। ਤੇ ਜਿਹੜਾ ਬਾਜ ਸੀ ਉਹਨੂੰ ਵੀ ਅੱਡੇ ਤੋਂ ਲੈ ਲਿਆ ਤੇ ਸਾਰਾ ਕੁਝ ਲੈ ਕੇ ਭਾਈ ਵਿਧੀ ਚੰਦ ਸਾਹਿਬ ਜੀ ਤਤਕਾਲ ਇਹਨਾਂ ਦੇ ਘਰ ਚੋਂ ਨਿਕਲ ਗਏ ਤੇ ਹਜੂਰ ਪਾਤਸ਼ਾਹ ਜੀ ਵੱਲ ਚਾਲੇ ਮਾਰ ਦਿੱਤੇ। ਕਿਸੂ ਨ ਦੇਖਿਓ ਅਦਭੁਤ ਕਰਮਾ, ਆਇਓ ਪੁਰ ਕਰਤਾਰ ਸੁਲੀਨ। ਤੇ ਕਿਸੇ ਨੇ ਵੀ ਨਹੀਂ ਵੇਖਿਆ। ਦੁਪਹਿਰ ਦਾ ਸਮਾਂ, ਸਭ ਘਰਾਂ ਵਿੱਚ ਬੈਠੇ, ਕੋਈ ਸੁੱਤਾ ਕੋਈ ਜਾਗਦਾ ਹੈ। ਤੇ ਭਾਈ ਵਿਧੀ ਚੰਦ ਸਾਹਿਬ ਸਾਰਾ ਕੁਝ ਲੈ ਕੇ ਕਰਤਾਰਪੁਰ ਹਜੂਰ ਪਾਤਸ਼ਾਹ ਜੀ ਦੇ ਦਰਬਾਰ ਪਹੁੰਚਦੇ ਹਨ। ਅਨੰਦ ਥਾਨ ਤਰ ਗਮਨਿਓ ਗੁਰ ਟਿਗ, ਤੁਮ ਪ੍ਰਤਾਪ ਤੇ ਸਭ ਕਿਛ ਲਿਆਏ। ਤੇ ਸਾਰੀਆਂ ਵਸਤੂਆਂ ਜਿਹੜੀਆਂ ਸੀ ਨਾ ਉਹ ਇੱਕ ਥਾਂ ਤੇ ਪਹਿਲਾਂ ਰੱਖ ਦਿੱਤੀਆਂ ਤੇ ਹੌਲੀ ਜਿਹਾ ਜਾ ਕੇ ਹਜੂਰ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਕਹਿਣ ਲੱਗਾ, ਮਹਾਰਾਜ ਤੁਹਾਡੇ ਪ੍ਰਤਾਪ ਦੇ ਨਾਲ ਮੈਂ ਸਾਰਾ ਕੁਝ ਲੈ ਆਇਆ ਹਾਂ। ਉਸ ਇਸ ਬਾਜ ਸਮੇਤ ਸਿਪਰ ਯਸ, ਧਰੇ ਆਨ ਕਰੇ ਆਨ ਸਬਾਏ। ਤੇ ਮਹਾਰਾਜ ਜੀ ਪੌਸ਼ਿਸ਼ ਸਮੇਤ ਸਾਰੀਆਂ ਵਸਤੂਆਂ, ਬਾਜ ਜਾਂ ਹੋਰ ਜੋ ਵੀ ਆਪ ਜੀ ਦੀਆਂ ਵਸਤੂਆਂ ਨੇ ਉਹ ਸਾਰੀਆਂ ਲੈ ਆਂਦੀਆਂ ਤੇ ਲਿਆ ਕੇ ਆਨ ਸਥਾਏ ਹੋਰ ਕਿਸੇ ਜਗ੍ਹਾ ਉੱਤੇ ਮੈਂ ਰੱਖ ਦਿੱਤੀਆਂ ਹਨ। ਸਰਵਨ ਲਾਗ ਕਰ ਮੰਦ ਮੰਦ ਸੁਰ ਕਹਿਓ, ਕਾਜ ਸੋ ਦਇਓ ਸੁਨਾਏ। ਇਸ ਤਰ੍ਹਾਂ ਜਦੋਂ ਇਹਨੇ ਹਜੂਰ ਪਾਤਸ਼ਾਹ ਜੀ ਦੇ ਸ਼ਰਵਣ ਲਾਗ ਕੰਨਾਂ ਦੇ ਕੋਲ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਹੌਲੀ ਹੌਲੀ ਇਹ ਸਾਰੀ ਗੱਲ ਸੁਣਾ ਦਿੱਤੀ ਤਾਂ ਪੈਂਦਾ ਬੈਠਿਓ ਰਹਿਓ ਤਹਾਹੀਂ, ਅਪਰ ਖਿਆਲ ਗੁਰ ਸਮਾ ਬਿਤਾਏ। ਤੇ ਹਜੂਰ ਪਾਤਸ਼ਾਹ ਜੀ ਦੇ ਸਾਹਮਣੇ ਪੈਂਦੇ ਖਾਂ ਬੈਠਾ ਹੈ। ਜਦੋਂ ਦਾ ਭਾਈ ਵਿਧੀ ਚੰਦ ਸਾਹਿਬ ਗਿਆ ਹਜੂਰ ਪਾਤਸ਼ਾਹ ਅਪਰ ਖਿਆਲ ਲਗ ਸਮਾਂ ਬਿਤਾਏ। ਪਾਤਸ਼ਾਹ ਜੀ ਨੇ ਇਹਨੂੰ ਹੋਰ ਗੱਲਾਂ ਦੇ ਵਿੱਚ ਲਾਇਆ ਜਾਂ ਹੋਰ ਸੰਗਤਾਂ ਨਾਲ ਬਚਨ ਵਿਲਾਸ ਕਰੀ ਜਾ ਰਹੇ ਨੇ, ਬਹੁਤਾ ਧਿਆਨ ਵੀ ਨਹੀਂ ਇਹਦੇ ਵੱਲ ਦੇ ਰਹੇ ਸਨ। ਸੋ ਇਸ ਤਰ੍ਹਾਂ ਸਮਾਂ ਜਿਹੜਾ ਉਹ ਬਤੀਤ ਹੋ ਗਿਆ ਤੇ ਭਾਈ ਵਿਧੀ ਚੰਦ ਸਾਹਿਬ ਜੀ ਸਾਰੀਆਂ ਵਸਤਾਂ ਜਿਹੜੀਆਂ ਸੀ ਇਹਦੇ ਘਰ ਚੋਂ ਲੈ ਆਏ ਹਨ। ਇੰਜ ਪੈਂਦੇ ਖਾਂ ਸਾਹਮਣੇ ਬੈਠਾ ਤੇ ਹਜੂਰ ਪਾਤਸ਼ਾਹ ਹੁਣ ਸਾਰੀਆਂ ਵਸਤੂਆਂ ਜਿਹੜੀਆਂ ਉਹ ਮੰਗਵਾਉਣ ਲੱਗੇ ਹਨ। ਸੋ ਇੱਥੇ ਸਮਾਂ ਸੰਪੰਨ ਹੈ। ਅੱਗੇ ਜਿਵੇਂ ਪਾਤਸ਼ਾਹ ਨੂੰ ਫਿਰ ਪੁੱਛਣਗੇ ਤੇ ਫਿਰ ਮੁੱਕਰੇਗਾ, ਫਿਰ ਸਾਰਾ ਕੁਝ ਇਹਦੇ ਸਾਹਮਣੇ ਰੱਖ ਦਿੱਤਾ ਜਾਏਗਾ। ਤੇਰੇ ਘਰੋਂ ਆਇਆ ਸਾਰਾ ਕੁਝ। ਫਿਰ ਇਹ ਝੂਠਾ ਪਿਆ ਕਈ ਤਰ੍ਹਾਂ ਦੇ ਕਬੂਲ ਬੋਲੇਗਾ। ਉਹ ਰਹਿ ਇਸ ਵਾਸਤੇ ਆਪਾਂ ਕੱਲ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਹਜੂਰ ਪਾਤਸ਼ਾਹ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਸਰਵਨ ਲਾਗ ਕਰ ਮੰਦ ਮੰਦ ਸੁਰ, ਕਰਿਓ ਕਾਜ ਸੋ ਦਇਓ ਸੁਨਾਏ। ਪੈਂਦਾ ਬੈਠਿਓ ਰਹਿਓ ਤਹਾਹੀਂ, ਅਪਰ ਖਿਆਲ ਗੁਰ ਸਮਾ ਬਿਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।